हाँ जी विद्यार्थियों, सारे विद्यार्थियों ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਸਿਲੇਬਸ ਸੰਬੰਧੀ ਜਮਾਤ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਇਸ ਵਾਰ ਸਿਲੇਬਸ ਦੀ ਆਪਾਂ ਜਿਹੜੀ ਦੀ ਚਰਚਾ ਕਰਾਂਗੇ ਜੀ, ਉਹ ਹੈਗਾ ਜੀ ਸੈਕੰਡ ਗ੍ਰੇਡ ਪੰਜਾਬੀ ਦਾ ਸਿਲੇਬਸ। ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਜੀ। ਇਹ ਹੈਗਾ ਜੀ ਪੰਜਾਬੀ ਸੈਕੰਡ ਗ੍ਰੇਡ ਦਾ ਸਿਲੇਬਸ ਹੈ ਜੀ ਤੇ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਕਿਹੜੇ ਜਿਹੜੇ ਟੌਪਿਕ ਹੈ ਉਹ ਆਪਾਂ ਕਿੱਥੋਂ ਪ੍ਰੋਪਰ ਤਰੀਕੇ ਨਾਲ ਪੜ੍ਹ ਸਕਦੇ ਹਾਂ। ਦੂਸਰਾ ਸਿਲੇਬਸ ਤੇ ਥੋੜੀ ਜਿਹੀ ਐਨਾਲਿਸਿਸ ਹੋ ਜੂਗੀ, ਹੈ ਨਾ। ਮਤਲਬ ਇੱਕ ਆਪਾਂ ਇਸ ਚੀਜ਼ ਨੂੰ ਪੂਰੀ ਜਦੋਂ ਇੱਕ ਰੂਪ ਰੇਖਾ ਸਾਡੇ ਸਾਹਮਣੇ ਆ ਗਈ, ਕਿਉਂਕਿ ਸਿਲੈਕਸ਼ਨ ਦਾ ਜਿਹੜਾ ਪਹਿਲਾ ਆਧਾਰ ਹੁੰਦਾ ਉਹ ਸਿਲੇਬਸ ਹੀ ਹੁੰਦਾ ਹੈ। ਕਾਰਨ ਕੀ ਹੈ? ਕਿਉਂਕਿ ਸਿਲੇਬਸ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਅਸੀਂ ਕੀ ਪੜ੍ਹਨਾ ਹੈ, ਕਿੰਨਾ ਪੜ੍ਹਨਾ ਹੈ। ਇਹ ਸਾਰੀ ਗੱਲ ਸਾਨੂੰ ਸਿਲੇਬਸ ਤੋਂ ਹੀ ਪਤਾ ਲੱਗਦੀ ਹੈ। ਹੁਣ ਦੇਖੋ ਜੀ, ਸਿਲੇਬਸ ਬਾਰੇ ਚਰਚਾ ਕਰਦੇ ਹਾਂ। ਆਪਾਂ ਦੇਖਦੇ ਹਾਂ ਪਹਿਲਾਂ ਕੁੱਲ ਅੰਕ ਤੁਹਾਨੂੰ ਪਤਾ ਹੀ ਹੈ 180। ਇਹ 180 ਅੰਕ ਮਤਲਬ 90% ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ਨਾਲ ਜਿਹੜਾ ਪਾਠਕ੍ਰਮ ਸੰਬੰਧਿਤ ਹੈ ਉਹਦੇ 'ਚ ਹੁੰਦਾ ਹੈ ਜੀ। 90% ਹੈ ਜਿਹੜੇ, ਤੇ ਬੀਏ ਦੇ ਵਿੱਚੋਂ ਦੇਖ ਲਓ ਜੀ 40% ਆਪਾਂ ਥੱਲੇ ਥੱਲੇ ਦੇਖ ਲੈਂਦੇ ਹਾਂ ਜੀ। ਜਿਹੜੀ ਨੰਬਰਾਂ ਦੀ ਵੰਡ ਦਿੱਤੀ ਹੋਈ ਹੈ ਜੀ, ਬਿਲਕੁਲ 90% ਸੈਕੰਡਰੀ ਤੇ ਸੀਨੀਅਰ ਸੈਕੰਡਰੀ ਨਾਲ ਸੰਬੰਧਿਤ ਹੁੰਦੇ ਆ ਤੇ 40% ਹੁੰਦੇ ਆ ਜੀ ਇਹ ਆਪਣੇ ਗ੍ਰੈਜੂਏਸ਼ਨ ਲੈਵਲ ਦੇ ਪੱਧਰ ਨਾਲ ਟੀਚਿੰਗ ਮੈਥਡ ਦੇ ਹੁੰਦੇ ਆ ਜੀ 20%। ਸੋ ਟੋਟਲ ਹੋ ਜਾਂਦੇ ਆ ਜੀ 300 ਨੰਬਰ। 150 ਕੁਐਸਚਨ ਦਾ ਪੇਪਰ ਜਿਹੜਾ ਸਾਡਾ ਪੈਂਦਾ ਹੈ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਸਾਡੇ ਜਿਹੜੇ ਟੌਪਿਕ ਨੇ ਇਹ ਅਸੀਂ ਪੜ੍ਹਨੇ ਕਿੱਥੋਂ ਨੇ, ਕਿਵੇਂ ਨੇ। ਅੱਛਾ, ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਹੋਣੀ ਹੈ, ਜਿਹੜੇ ਪੰਜਾਬੀ ਸੈਕੰਡ ਗ੍ਰੇਡ ਦੀ ਤਿਆਰੀ ਕਰਦੇ ਆ, ਕੁਝ ਕੁ ਇਹਨਾਂ ਦੇ ਵਿੱਚੋਂ ਲਗਭਗ ਬਹੁਤ ਸਾਰੇ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿੱਚ ਵੀ ਦੇ ਰੱਖੇ ਆ ਤੇ ਅੱਗੇ ਬੀਏ ਦੇ ਪੱਧਰ ਦੇ ਵਿੱਚ ਵੀ ਦੇ ਰੱਖੇ ਆ। ਉਦਾਹਰਨ ਵਾਸਤੇ ਦੇਖੋ, ਗੁਰਮਤਿ ਕਵੀ ਆ ਬੀਏ ਦੇ ਵਿੱਚ ਗੁਰਮਤਿ ਕਵੀ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ। ਤੇ ਉਹੋ ਹੀ ਸਾਡੇ ਇੱਥੇ ਦੇਖ ਲਓ ਗੁਰਮਤਿ ਕਾਵਿ ਦੇ ਵਿੱਚ ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਭਾਈ ਗੁਰਦਾਸ ਜੀ, ਇਹ ਦੇ ਰੱਖੇ ਆ, ਹੈ ਨਾ। ਇਸ ਐਵੇਂ ਮਤਲਬ ਕੀ ਹੈ ਕਿ ਜਿਹੜਾ ਕੋਈ ਇਸ ਤਰ੍ਹਾਂ ਨਹੀਂ ਆ ਵੀ ਹੁਣ ਤੁਸੀਂ ਇੱਕ ਗੱਲ ਦਾ ਥੋੜਾ ਜਿਹਾ ਧਿਆਨ ਰੱਖੋ, ਇਸ ਗੱਲ ਦਾ ਵੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ਹਾਲਾਂਕਿ ਲਿਖ ਦਿੱਤਾ ਠੀਕ ਹੈ, ਪਰ ਸੈਕੰਡਰੀ ਸੀਨੀਅਰ ਸੈਕੰਡਰੀ ਮਤਲਬ 9ਵੀਂ 10ਵੀਂ 11ਵੀਂ 12ਵੀਂ ਵਾਲੀਆਂ ਕਿਤਾਬਾਂ ਦੇ ਵਿੱਚੋਂ ਵੀ ਤੁਸੀਂ ਮੈਟਰ ਤਿਆਰ ਕਰਨਾ ਹੈ, ਬੀਏ ਵਾਲੀਆਂ ਚੋਂ ਵੀ ਕਰਨਾ ਹੈ ਅਤੇ ਅੱਗੇ ਜਿਹੜੀਆਂ ਲੱਗਦੀਆਂ ਨੇ ਕਿਤਾਬਾਂ ਉਹਨਾਂ ਦੇ ਵਿੱਚੋਂ ਵੀ ਕਰਨਾ ਹੈ। ਕਾਰਨ ਕੀ ਹੈ ਜੀ? ਕਿਉਂਕਿ ਹੁਣ ਪੇਪਰ ਦਾ ਲੈਵਲ ਇੰਨਾ ਆਸਾਨ ਨਹੀਂ ਆਉਂਦਾ। ਜਿਹੜੇ ਵਿਦਿਆਰਥੀ ਪਹਿਲੀ ਵਾਰ ਤਿਆਰੀ ਕਰ ਰਹੇ ਹਨ, ਮਤਲਬ ਪਿਛਲੀ ਆਧਾਰ ਤੇ ਮੈਰਿਟ ਦੇ ਆਧਾਰ ਤੇ, ਜੋ ਪਿਛਲੀ ਵਾਰੀ ਸੈਕੰਡ ਗ੍ਰੇਡ ਤੇ ਕਿ ਮੈਰਿਟ ਤਾਂ ਬਹੁਤ ਸੌਖੀ, ਬਹੁਤ ਹੀ ਮਤਲਬ ਘੱਟ ਜਾਂਦੀ ਹੈ, ਕੋਈ ਦਿੱਕਤ ਨਹੀਂ। ਮੈਰਿਟ ਘੱਟ ਜਾਣ ਦਾ ਕਾਰਨ ਕੀ ਹੈ? ਪੇਪਰ ਦੀ ਜਿਹੜਾ ਮਤਲਬ ਲੈਵਲ ਸੀ ਉਹ ਬਹੁਤ ਜ਼ਿਆਦਾ ਹਾਰਡ ਸੀ। ਇਸ ਕਰਕੇ ਅਸੀਂ ਦਾਅਵਾ ਨਹੀਂ ਕਰ ਸਕਦੇ ਵੀ ਕਿਹੜੀ ਚੀਜ਼ ਕਿੱਥੋਂ ਪੁੱਛੂਗਾ, ਕਿਹੜੀ ਚੀਜ਼ ਇਹਦੇ ਵਿੱਚੋਂ ਟੌਪਿਕ ਦੇ ਰੱਖੇ ਆ, ਕਿਹੜੇ ਵਿੱਚੋਂ ਕੀ ਪੁੱਛੂਗਾ, ਪਰ ਫਿਰ ਵੀ ਸਿਲੇਬਸ ਨੂੰ ਤਾਂ ਆਧਾਰ ਹੀ ਮੰਨਿਆ ਜਾਊਗਾ। ਇਸ ਕਰਕੇ ਇਹ ਪਹਿਲੀ ਵਾਰੀ ਹੋਇਆ ਸੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ, ਆਰਪੀਐਸਸੀ ਦੇ ਇਤਿਹਾਸ ਵਿੱਚ, ਕਿ ਪੰਜਾਬੀ ਦਾ ਜਿਹੜਾ ਸੈਕੰਡ ਗ੍ਰੇਡ ਦਾ ਪੇਪਰ ਇੰਨਾ ਹਾਰਡ ਪਾਤਾ ਕਿ ਆਮ ਗਾਈਡ ਜਾਂ ਕੋਈ ਆਮ ਕਿਤਾਬ ਲੋਕੀ ਹੁਣ ਚੱਕਣ ਤੋਂ ਮਨਾ ਕਰ ਦਿੰਦੇ ਆ। ਉੱਚਤਮ ਦਰਜੇ ਦੀਆਂ ਕੁਝ ਕਿਤਾਬਾਂ ਸਾਨੂੰ ਚਾਹੀਦੀਆਂ ਜਿਹੜੀਆਂ ਸਾਨੂੰ ਸਿਲੈਕਸ਼ਨ ਦੇ ਵਿੱਚ, ਕਿਉਂਕਿ ਦੇਖੋ ਸਾਰੇ ਪ੍ਰਸ਼ਨ ਵਾਲਾ ਤਾਂ ਹੁਣ ਹੁੰਦਾ ਨਹੀਂ, ਕੋਈ ਇਸ ਗੱਲ ਦਾ ਤਾਂ ਮਤਲਬ ਨਹੀਂ ਗਾ ਕਿ ਤੁਸੀਂ 150 ਦੇ ਵਿੱਚੋਂ 140 130 ਇਸ ਤਰ੍ਹਾਂ ਦਾ ਹੁਣ ਸ਼ਾਇਦ ਨਾ ਹੋਵੇ ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਹੌਲੀ ਹੌਲੀ ਹੋਵੇਗਾ। ਕਿਉਂਕਿ ਪੇਪਰ ਦਾ ਲੈਵਲ ਆ ਜਿਹੜਾ ਉਹ ਇੰਨਾ ਹਾਰਡ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ, ਜਿਹੜੇ ਸਾਡੇ ਕੰਪੀਟੀਟਰ ਆ, ਜਿਵੇਂ ਤੁਸੀਂ ਹੋ ਸਾਰੇ ਕੰਪੀਟੀਟਰਾਂ ਨੂੰ, ਮਤਲਬ ਇੱਕ ਕੁਝ ਨਵੀਆਂ ਪੁਸਤਕਾਂ ਪੜ੍ਹਨ ਵਾਸਤੇ ਉਹਨਾਂ ਨੂੰ ਮਤਲਬ ਤੁਸੀਂ ਕਹਿ ਲਓ ਵੀ ਮੋਟੀਵੇਟ ਹੀ ਕੀਤਾ ਇੱਕ ਤਰ੍ਹਾਂ ਦਾ ਵੀ ਹੁਣ ਤੁਸੀਂ ਇੱਕ ਕੋਈ ਵੀ ਇੱਕ ਗਾਈਡ ਮੰਨ ਲਓ ਪਹਿਲਾਂ ਚੱਕੀ ਤੇ ਉਹਦੇ ਵਿੱਚੋਂ ਜੀ ਸਾਰਾ ਪੇਪਰ ਪੈ ਗਿਆ, ਉਹ ਹੁਣ ਸਮਾਂ ਜਿਹੜਾ ਉਹ ਨਹੀਂ ਰਹਿ ਗਿਆ। ਇਸ ਕਰਕੇ ਤਿਆਰੀ ਹੈ ਜਿਹੜੀ ਉਹ ਤੁਹਾਨੂੰ ਨੈਕਸਟ ਲੈਵਲ ਤੇ ਕਰਨੀ ਪਊਗੀ, ਹਾਈ ਲੈਵਲ ਤੇ ਤਿਆਰੀ ਕਰਨੀ ਪਊਗੀ। ਆਪਣੀ ਸ਼ਬਦਾਵਲੀ ਨੂੰ ਹੋਰ ਸ਼ਾਨਦਾਰ ਵਧਾਉਣਾ ਪਊਗਾ, ਕਿਉਂਕਿ ਮੰਨ ਲਓ ਪ੍ਰਸ਼ਨ ਦੇ ਵਿੱਚ ਤੁਹਾਨੂੰ ਇੱਕ ਸ਼ਬਦ ਵੀ ਜੀ ਸਮਝ ਨਹੀਂ ਆ ਰਹੀ, ਮੰਨ ਲਓ ਇੱਕ ਸ਼ਬਦ ਦੀ, ਤਾਂ ਹੋ ਸਕਦਾ ਹੈ ਉਹ ਕੁਐਸਚਨ ਤੁਹਾਡਾ ਗਲਤ ਹੋ ਜਾਵੇ। ਇਸ ਤਰ੍ਹਾਂ ਦੀ ਸ਼ਬਦਾਵਲੀ, ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਅੱਜ ਕੱਲ੍ਹ ਐਗਜ਼ਾਮ ਦੇ ਵਿੱਚ ਪੈ ਰਹੇ ਆ। ਦੇਖਦੇ ਹਾਂ ਪਹਿਲਾਂ ਆਪਾਂ ਇਹਦਾ ਪਾਠਕ੍ਰਮ ਵੇਖਦੇ ਹਾਂ, ਸਿਲੇਬਸ ਦੇਖਦੇ ਹਾਂ।
ਦੇਖੋ ਸਿੱਧਾ ਹੀ ਆਪਾਂ ਹਿਸਾਬ ਲਾਉਂਦੇ ਹਾਂ ਵੀ ਸੂਫੀ ਕਾਵ ਦੇ ਵਿੱਚੋਂ ਪਹਿਲਾਂ ਤਾਂ ਪੜ੍ਹਨਾ ਆਪਾਂ ਬਾਬਾ ਸ਼ੇਖ ਫਰੀਦ ਸ਼ਾਹ ਹੁਸੈਨ ਸੁਲਤਾਨ ਬਾਹੂ ਬੁੱਲੇ ਸ਼ਾਹ ਤੇ ਹਾਸ਼ਮ ਸ਼ਾਹ। ਉਵੇਂ ਹੀ ਦੇਖੋ ਇਹਦੇ ਅੱਗੇ ਦੇਖੋ ਤੁਸੀਂ ਬੀਏ ਪੱਧਰ ਤੇ ਇਹਨੇ ਕੀ ਦੇ ਰੱਖਿਆ। ਬੀਏ ਪੱਧਰ ਤੇ ਇਹਨੇ ਸਿੱਧਾ ਹੀ ਦੇਤਾ ਜੀ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਤੱਕ ਦੇ ਪੰਜਾਬੀ ਸਾਹਿਤ ਦਾ ਇਤਿਹਾਸ। ਜਦੋਂ ਆਪਾਂ ਇਸ ਟੌਪਿਕ ਨੂੰ ਪੜ੍ਹਦੇ ਆ ਸੂਫੀ ਕਾਵਧਾਰਾ, ਗੁਰਮਤਿ, ਕਿੱਸਾ, ਆਧੁਨਿਕ ਪੰਜਾਬੀ ਕਵਿਤਾ, ਆਧੁਨਿਕ ਪੰਜਾਬੀ ਨਾਵਲ ਅਤੇ ਨਿੱਕੀ ਕਹਾਣੀ, ਆਧੁਨਿਕ ਪੰਜਾਬੀ ਨਾਟਕ ਅਤੇ ਇਕਾਂਗੀ। ਹੁਣ ਇਸ ਟੌਪਿਕ ਦੇ ਵਿੱਚ ਬੜਾ ਕੁਝ ਛੁਪਿਆ ਹੋਇਆ। ਇਸ ਟੌਪਿਕ ਦੇ ਵਿੱਚ ਆਹ ਸਾਰੇ ਜਿਹੜੇ ਤੁਹਾਡੇ ਸਾਹਮਣੇ ਲਿਖੇ ਹੋਏ ਨੇ। ਇਸ ਟੌਪਿਕ ਦੇ ਵਿੱਚ ਸੂਫੀ ਕਵੀ, ਗੁਰਮਤਿ ਕਵੀ, ਕਿੱਸਾ, ਵਾਰਕਾਰ, ਜੰਗਨਾਮਾ, ਆਧੁਨਿਕ ਪੰਜਾਬੀ ਕਵੀ, ਗਲਪ, ਨਾਵਲਕਾਰ, ਕਹਾਣੀਕਾਰ, ਇਕਾਂਗੀਕਾਰ ਤੇ ਨਾਟਕਕਾਰ, ਇਹ ਸਾਰੇ ਇਸ ਦੇ ਵਿੱਚ ਕਵਰ ਹੁੰਦੇ ਆ। ਕਿਉਂਕਿ ਜਦੋਂ ਤੁਸੀਂ ਆਧੁਨਿਕ ਪੰਜਾਬੀ, ਜਦੋਂ ਮੰਨ ਲਓ ਆ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਦਾ ਇਤਿਹਾਸ ਪੜ੍ਹੋਗੇ ਤਾਂ ਤੁਸੀਂ ਆ ਸਾਰੇ ਕਵੀਆਂ ਨੂੰ, ਇਹਨਾਂ ਦੇ ਜੀਵਨ, ਇਹਨਾਂ ਦੀਆਂ ਰਚਨਾਵਾਂ, ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦਾ ਇੱਕ ਇੱਕ ਗੱਲ ਦਾ ਯੋਗਦਾਨ ਇਹ ਤੁਸੀਂ ਪੜ੍ਹਦੇ ਹੋ। ਇਹਦੇ ਵਿੱਚ ਇੰਨੇ ਦੇ ਵਿੱਚ ਹੀ, ਇੰਨੇ ਪੋਰਸ਼ਨ ਦੇ ਵਿੱਚ ਹੀ, ਤੇ ਇੰਨੇ ਪੋਰਸ਼ਨ ਦੇ ਵਿੱਚ ਹੀ ਤੁਹਾਡਾ ਆਹ ਕਵਰ ਹੋ ਜਾਂਦਾ ਉੱਪਰਲਾ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ਵਾਲਾ ਵੀ। ਇਹ ਗੱਲ ਤੁਸੀਂ ਧਿਆਨ ਰੱਖਣੀ ਹੈ। ਦੇਖੋ ਕਵੀ ਹੈ ਜਿਹੜੇ ਸੂਫੀ ਕਵੀ ਪੜ੍ਹਨੇ ਆ ਬਾਬਾ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਹਾਸ਼ਮ ਸ਼ਾਹ, ਇਹ ਸਾਡੀਆਂ ਇਹ ਤੁਸੀਂ 10ਵੀਂ 11ਵੀਂ ਵਾਲੀਆਂ ਕਿਤਾਬਾਂ ਦੇ ਵਿੱਚ ਮਿਲ ਜਾਣਗੇ। ਕਿਉਂਕਿ ਜਿਹੜੀ ਸਾਡੀ 12ਵੀਂ ਵਾਲੀ ਪੁਸਤਕ ਹੈ ਉਹ ਆਧੁਨਿਕ ਕਾਲ ਦੇ ਨਾਲ ਸੰਬੰਧਿਤ ਹੈ, ਤੇ ਪਰ ਜਿਹੜੀ ਆਦਿ ਕਾਲ ਤੇ ਮੱਧ ਕਾਲ ਉਹ 11ਵੀਂ ਹੈ, ਤੇ ਜਿਹੜੀ 10ਵੀਂ ਵਾਲੀ ਬੁੱਕ ਹੈ ਉਹਦੇ ਵਿੱਚ ਮਿਕਸ ਹੈ, ਆਦਿ ਕਾਲ ਦਾ ਵੀ ਕੁਛ ਮੱਧ ਕਾਲ ਦਾ, ਕੁਝ ਆਧੁਨਿਕ ਕਾਲ ਦਾ। ਜਿਹੜੀ 10ਵੀਂ ਵਾਲੀ ਪੁਸਤਕ ਹੈ ਸਾਡੀ, ਜਿਹੜੀ ਸਾਹਿਤ ਸੁਗੰਧੀਆਂ, ਇਹ ਜਿਹੜੀਆਂ 9ਵੀਂ 10ਵੀਂ 11ਵੀਂ 12ਵੀਂ ਕਿਤਾਬਾਂ ਨੇ, ਧਿਆਨ ਰੱਖਿਓ ਇਹਨਾਂ ਦੇ ਵਿੱਚੋਂ ਕਵਿਤਾਵਾਂ ਵਗੈਰਾ ਪੜ੍ਹਿਆ ਕਰੋ, ਉਹਨਾਂ ਦੀ ਵਿਆਖਿਆ ਵਗੈਰਾ, ਉਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛਦਾ ਹੈ। ਸੋ ਇਹ ਕਵੀ ਹੈ ਜਿਹੜੇ ਇਹ ਤੁਹਾਨੂੰ ਉੱਥੇ ਵੀ ਮਿਲ ਜਾਣਗੇ, ਬੀਏ ਦੇ ਵਿੱਚ ਵੀ, ਬੀਏ ਪੱਧਰ ਤੇ ਵੀ ਮਿਲ ਜਾਣਗੇ, ਤੇ ਹੋਰ ਵੀ ਆਪਾਂ ਇਸ ਦੀ ਵੀ ਤਿਆਰੀ ਕਰਾਂਗੇ। ਅੱਛਾ, ਸੂਫੀ ਕਵੀ ਹੈ ਜਿਹੜਾ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੇ ਵਿੱਚ ਤਾਂ ਆਹ ਦੇ ਰੱਖਿਆ, ਤੇ ਬੀਏ ਪੱਧਰ ਤੇ ਸੂਫੀ ਕਵੀ ਬਾਬਾ ਸ਼ੇਖ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ, ਆਹ ਤਿੰਨ ਤਾਂ ਦੇ ਰੱਖੇ ਆ। ਇੱਕ ਮੀਆਂ ਵਜੀਦ ਨਹੀਂ ਦਿੱਤਾ ਹੋਇਆ ਉੱਥੇ, ਹੈ ਨਾ। ਸੋ ਮੀਆਂ ਵਜੀਦ ਹੈ ਜਿਹੜਾ ਇਹ ਤੁਸੀਂ ਬੀਏ ਦੇ ਵਿੱਚ ਹੀ ਪੜ੍ਹਦੇ ਹੋ। ਮਾੜਾ ਜਿਹਾ ਇਸ ਗੱਲ ਦਾ ਵੀ ਖਿਆਲ ਜ਼ਰੂਰ ਰੱਖਿਓ। ਇਹ ਸਿਲੇਬਸ ਹੈ ਜਿਹੜਾ ਤੁਹਾਡਾ, ਇਹ ਦੇਖ ਲਓ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਤੇ ਜਿਹੜਾ ਬੀਏ ਪੱਧਰ ਦਾ, ਇਹ ਸਿਲੇਬਸ ਲਗਭਗ ਮਿਲਦਾ ਜੁਲਦਾ ਹੈ। ਅੱਗੇ ਦੇਖਦੇ ਹਾਂ ਜੀ, ਗੁਰਮਤਿ ਕਾਵਧਾਰਾ 'ਚ ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ। ਤੇ ਉਸ ਤੋਂ ਬਾਅਦ ਵੀਰ ਕਾਵ, ਵਾਰ ਅਤੇ ਜੰਗਨਾਮਾ, ਜਿਵੇਂ ਭਾਈ ਗੁਰਦਾਸ ਜੀ ਵੀ ਆਉਂਦੇ ਆ ਵੀਰ ਕਾਵ ਦੇ ਵਿੱਚ, ਦੇਖ ਲਓ। ਕਿਉਂਕਿ ਭਾਈ ਗੁਰਦਾਸ ਹੈ ਜਿਹੜੇ ਉਹ ਗੁਰਮਤਿ ਕਾਵ ਦੇ ਨਾਲ ਸੰਬੰਧਿਤ ਹਨ, ਪਰ ਉਹ ਕੀ ਲਿਖਦੇ ਨੇ ਭਾਈ ਗੁਰਦਾਸ ਜੀ, ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਵਾਰਾਂ ਦੀ ਰਚਨਾ ਕੀਤੀ ਹੈ। ਸੋ ਵਾਰ ਜਿਹੜੀ ਹੈ ਦੇਖੋ ਵੀਰ ਕਾਵ ਦੇ ਵਿੱਚ ਵਾਰ ਅਤੇ ਜੰਗਨਾਮਾ, ਵਾਰ ਦੇ ਵਿੱਚ ਦੋ ਪ੍ਰਕਾਰ ਦੀ ਟੱਕਰ ਹੁੰਦੀ ਹੈ, ਇੱਕ ਸੂਖਮ ਪ੍ਰਕਾਰ ਦੀ, ਇੱਕ ਸਥੂਲ ਪ੍ਰਕਾਰ ਦੀ। ਜਦੋਂ ਦੋ ਧਿਰਾਂ ਜੰਗ ਦੇ ਮੈਦਾਨ ਵਿੱਚ ਲੜਦੀਆਂ ਨੇ ਤਾਂ ਉਦੋਂ ਆਪਾਂ ਕਹਿ ਦਿੰਦੇ ਹਾਂ ਜੀ ਸਥੂਲ ਪ੍ਰਕਾਰ ਦੀ ਟੱਕਰ ਹੈ, ਦੋਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਰਹੀ ਹੈ। ਜਿਵੇਂ ਮੰਨ ਲਓ ਹੋ ਰਹੀ ਹੈ ਆਪਣੇ, ਜਿਵੇਂ ਆਪਾਂ ਪੜ੍ਹਦੇ ਹੀ ਹਾਂ ਕਿ ਬਾਦਸ਼ਾਹ ਅਕਬਰ ਤੇ ਮਹਾਰਾਣਾ ਪ੍ਰਤਾਪ ਦੀ ਆਪਸ ਦੇ ਵਿੱਚ ਲੜਾਈ ਜਿਹੜੀ ਹੋਈ, ਤਾਂ ਉਹ ਜਿਹੜੀ ਆ ਉਹ ਇੱਕ ਸਥੂਲ ਪ੍ਰਕਾਰ ਦੀ ਟੱਕਰ ਹੈ। ਤੇ ਪਰ ਜਦੋਂ ਬੰਦੇ ਦੇ ਆਪਸੀ ਜਿਹੜੇ ਨੇ, ਜਦੋਂ ਬੰਦੇ ਦੇ ਅੰਦਰਲੇ ਜਿਹੜੇ ਗੁਣ ਤੇ ਔਗਣ ਆਪਸ ਦੇ ਵਿੱਚ ਜਦੋਂ ਲੜਦੇ ਨੇ, ਇੱਕ ਮਨਮੁਖ ਤੇ ਇੱਕ ਗੁਰਮੁਖ ਬੰਦੇ ਦੀ, ਉਸ ਦੋ ਪੱਖਾਂ ਦੀ ਜਿਹੜੀ ਆਪਸ ਦੇ ਵਿੱਚ ਜਿਹੜਾ ਟਕਰਾਵ ਹੁੰਦਾ, ਉਹਨੂੰ ਕਿਹਾ ਜਾਂਦਾ ਸੂਖਮ ਪ੍ਰਕਾਰ ਦੀ ਟੱਕਰ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਨੇਕੀ ਅਤੇ ਬਦੀ ਦੀ ਟੱਕਰ ਦਿਖਾਈ ਗਈ ਹੈ, ਚੰਗਿਆਈ ਅਤੇ ਬੁਰਿਆਈ ਦੀ ਟੱਕਰ ਦਿਖਾਈ ਗਈ ਹੈ। ਇਹ ਥੋੜਾ ਜਿਹਾ ਇਸ ਕਰਕੇ ਵਾਰ ਦੇ ਵਿੱਚ ਆਪਾਂ ਭਾਈ ਗੁਰਦਾਸ ਜੀ ਵੀ ਪੜ੍ਹਦੇ ਹਾਂ। ਅੱਗੇ ਤੁਹਾਨੂੰ ਪਤਾ ਹੀ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਪ੍ਰਸਿੱਧ ਵਾਰ, ਚੰਡੀ ਦੀ ਵਾਰ, ਉਹਦਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਇੱਕ ਪ੍ਰਸਿੱਧ ਵਾਰਕਾਰ ਹਨ। ਨਜਾਬਤ ਖਾਨ ਤੇ ਸ਼ਾਹ ਮੁਹੰਮਦ, ਇਹ ਨਜਾਬਤ ਦੀ ਵਾਰ ਹੈ ਜਿਹੜੀ ਇੱਕ ਆਪਾਂ ਪੜ੍ਹਦੇ ਹਾਂ, ਤੇ ਇੱਕ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ, ਜਿਹੜਾ ਸਿੰਘਾਂ ਤੇ ਫਰੰਗੀਆਂ ਵਾਲਾ। ਉਸ ਤੋਂ ਬਾਅਦ ਕਿੱਸਾ ਕਾਵ ਦੀ ਗੱਲ ਕਰਦੇ ਹਾਂ ਜੀ, ਦਮੋਦਰ, ਪੀਲੂ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰ ਯਾਰ ਤੇ ਫਜ਼ਲ ਸ਼ਾਹ, ਇਹ ਸਾਰੇ ਕਿੱਸਾਕਾਰ ਹੋਏ ਆ ਜਿਹੜੇ, ਇਹ ਵੀ ਸਾਰੇ ਆਪਾਂ ਪੜ੍ਹਾਂਗੇ। ਆਧੁਨਿਕ ਕਾਵ ਦੇ ਵਿੱਚ ਇੱਕ ਤਾਂ ਦੇ ਰੱਖਿਆ ਬਾਬੂ ਫਿਰੋਜ਼ਦੀਨ ਸਰਫ,
ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ, ਪੂਰਨ ਸਿੰਘ, ਮੋਹਨ ਸਿੰਘ, ਅਮਰਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਹਰਭਜਨ ਸਿੰਘ, ਸਰਦਾਰ ਤਾਰਾ ਸਿੰਘ, ਡਾਕਟਰ ਜਗਤਾਰ, ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ। ਇਹ ਆਧੁਨਿਕ ਕਵੀ ਦੇ ਰੱਖੇ ਹੈ ਜੀ। ਇਹ ਕਵੀ ਧਿਆਨ ਰੱਖਿਓ 12ਵੀਂ ਦੇ ਵਿੱਚ ਜਿਹੜਾ ਵੀ ਕਵੀ ਇਹ ਦਿੱਤਾ ਹੋਇਆ ਉਸ ਦੀ ਜੀਵਨੀ ਰਚਨਾਵਾਂ ਬਾਰੇ ਅਤੇ ਨਾਲ ਉਸ ਦੀਆਂ ਕਵਿਤਾਵਾਂ ਦਾ ਅੰਦਰੋਂ ਐਨਾਲਿਸਿਸ ਆਪਾਂ ਕਰਾਂਗੇ। ਉਹਦੇ ਵਿੱਚੋਂ ਪ੍ਰਸ਼ਨ ਪੁੱਛਦਾ ਹੁੰਦਾ। ਕਵਿਤਾਵਾਂ ਵਾਰੀ ਪੜ੍ਹਦੇ ਰਹੋ ਤਾਂ ਜੋ ਕਵਿਤਾਵਾਂ ਦੀ ਸ਼ਬਦਾਵਲੀ ਤੁਹਾਨੂੰ ਵਧੀਆ ਸਮਝ ਦੇ ਵਿੱਚ ਆਵੇ। ਆਧੁਨਿਕ ਪੰਜਾਬੀ ਗਲਪ ਦੇ ਵਿੱਚ ਆਪਾਂ ਦੋ ਚੀਜ਼ਾਂ ਪੜ੍ਹਦੇ ਹੁੰਦੇ ਆ, ਇੱਕ ਨਾਵਲ ਪੜ੍ਹਦੇ ਹੁੰਦੇ ਆ, ਇੱਕ ਕਹਾਣੀ। ਇਹ ਦੋਨੋਂ ਗਲਪ ਦਾ ਹਿੱਸਾ ਹਨ। ਨਾਵਲ ਇੱਕ ਮਾਤਰ ਦਾ ਹੀ ਇਹਦੇ ਵਿੱਚ ਦੇ ਰੱਖਿਆ ਜੀ, ਪ੍ਰੋਫੈਸਰ ਗੁਰਦਿਆਲ ਸਿੰਘ ਦਾ। ਅੱਗੇ ਹੈ ਜੀ ਕਹਾਣੀ, ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਕਹਾਣੀ, ਸੁਜਾਨ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ ਦੀ ਦੇ ਰੱਖੀ ਹੈ। ਇੱਕ ਸਾਂਝੀ ਕੰਧ ਕਹਾਣੀ ਦੇ ਰੱਖੀ ਹੈ, ਕੁਲਵੰਤ ਸਿੰਘ ਵਿਰਕ ਦੀ ਵੀ ਦੇ ਰੱਖੀ ਹੈ। ਦੁੱਧ ਦਾ ਛੱਪੜ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਗੁਰਬਚਨ ਸਿੰਘ ਭੁੱਲਰ। ਇਹਦੀ ਕਹਾਣੀ ਵੀ ਸ਼ਾਇਦ ਹੈਗੀ ਹੈ, ਖੂਨ ਪਤਾ ਨਹੀਂ ਸ਼ਾਇਦ। ਰਾਮ ਸਰੂਪ ਅਣਖੀ, ਡਾਕਟਰ ਪ੍ਰੇਮ ਪ੍ਰਕਾਸ਼ ਤੇ ਡਾਕਟਰ ਗੁਰਦੇਵ ਸਿੰਘ ਰੁਪਾਣਾ। ਇਹ ਸਾਰੀਆਂ ਕਹਾਣੀਆਂ ਤੁਸੀਂ ਇਹਦੇ ਵਿੱਚੋਂ ਮਤਲਬ ਕਹਾਣੀਆਂ ਦੇ ਇਹਨਾਂ ਨੇ ਕਿਹੜੀਆਂ ਕਹਾਣੀਆਂ ਦੀ ਰਚਨਾਵਾਂ ਕੀਤੀ, ਕਹਾਣੀਆਂ ਦਾ ਵਿਸ਼ਾ ਕੀ ਸੀ, ਇਹ ਸਾਰੀਆਂ ਚੀਜ਼ਾਂ, ਕਹਾਣੀ ਦੇ ਵਿੱਚ ਕਿਸ ਪ੍ਰਕਾਰ ਦੇ ਮਨੁੱਖ ਨੂੰ ਦਰਸਾਇਆ ਗਿਆ ਹੈ, ਕਹਾਣੀ ਦਾ ਕਿਸੇ ਰਾਈਟਰ ਦੀ ਕਹਾਣੀ ਦਾ ਆਦ ਵਧੀਆ ਹੁੰਦਾ, ਕਿਸੇ ਦਾ ਅੰਤ ਵਧੀਆ ਹੁੰਦਾ। ਇਹ ਸਾਰੀਆਂ ਚੀਜ਼ਾਂ ਇਹ ਵੀ ਆਪਾਂ ਵੇਖਾਂਗੇ। ਆਧੁਨਿਕ ਪੰਜਾਬੀ ਇਕਾਂਗੀ ਦੇ ਵਿੱਚ ਦੇਖ ਲਓ, ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਗੁਰਚਰਨ ਸਿੰਘ ਜਸੂਜਾ, ਗੁਰਦਿਆਲ ਸਿੰਘ ਖੋਸਲਾ, ਗੁਰਸ਼ਰਨ ਸਿੰਘ ਤੇ ਪਾਂਧੀ ਨਨਕਾਣਵੀ। ਇਹ ਸਾਰੇ ਆਧੁਨਿਕ ਪੰਜਾਬੀ ਇਕਾਂਗੀਕਾਰ ਵੀ ਆਪਾਂ ਪੜ੍ਹਾਂਗੇ। ਵਾਰਤਕ ਦੇ ਵਿੱਚ ਦੇਖ ਲਓ, ਵਾਰਤਕ ਦੇ ਵਿੱਚ ਕਿਹੜੀਆਂ ਆਪਾਂ ਚੀਜ਼ਾਂ ਪੜ੍ਹਦੇ ਹਾਂ। ਨਿਬੰਧ, ਜੀਵਨੀ, ਸਵੈ ਜੀਵਨੀ, ਇਹ ਤੁਸੀਂ ਵਾਰਤਕ ਦੇ ਵਿੱਚ ਪੜ੍ਹਨੀਆਂ। ਸ਼ਰਧਾ ਰਾਮ ਫਿਲੌਰੀ, ਲਾਲ ਸਿੰਘ ਕਮਲਾ ਅਕਾਲੀ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਦਿੱਤ ਸਿੰਘ, ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਅਤੇ ਬਲਰਾਜ ਸਾਹਨੀ। ਇਹਨਾਂ ਬਾਰੇ ਆਪਾਂ ਪਰ ਚਰਚਾ ਕਰਾਂਗੇ। ਜੀਵਨੀ ਪੜ੍ਹਨੀ ਹੈ ਜੀ। ਡਾਕਟਰ ਹਰਭਜਨ ਸਿੰਘ ਨੇ ਇੱਕ ਜੀਵਨੀ ਲਿਖੀ ਹੈ ਆਪਣੀ। ਡਾਕਟਰ ਹਰਭਜਨ ਸਿੰਘ ਪੰਜਾਬੀ ਦਾ ਪ੍ਰਸਿੱਧ ਕਵੀ ਹੋਇਆ। ਸਵੈ ਜੀਵਨੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹੜੀ ਲਿਖੀ, ਤੇਜਾ ਸਿੰਘ ਨੇ, ਪ੍ਰਿੰਸੀਪਲ ਸਾਹਿਬ ਸਿੰਘ ਨੇ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ, ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ, ਨਾਨਕ ਸਿੰਘ ਤੇ ਪ੍ਰਿੰਸੀਪਲ SS ਅਮੋਲ ਨੇ ਕਿਹੜੀਆਂ ਆਪਣੀ ਸਵੈ ਜੀਵਨੀ ਲਿਖੀ ਹੈ, ਉਹ ਤੁਸੀਂ ਦੇਖਣੀ ਹੈ। ਉਸ ਤੋਂ ਬਾਅਦ ਇਹ ਰੱਖਿਆ ਜੀ ਸਾਹਿਤ ਬੋਧ, ਪਰਿਭਾਸ਼ਾ ਅਤੇ ਤੱਤ। ਇਹ ਸਾਹਿਤ ਦੇ ਰੂਪ ਅਤੇ ਵੰਨਗੀਆਂ ਮਤਲਬ ਪ੍ਰਕਾਰ, ਕਵਿਤਾ, ਨਿਬੰਧ, ਸਫਰਨਾਮਾ, ਜੀਵਨੀ, ਸਵੈ ਜੀਵਨੀ, ਨਾਵਲ, ਨਿੱਕੀ ਕਹਾਣੀ, ਇਕਾਂਗੀ ਅਤੇ ਨਾਟਕ। ਇਹ ਸਾਰੇ ਸਾਹਿਤ ਰੂਪ ਤੁਸੀਂ 12ਵੀਂ ਵਾਲੀ ਕਿਤਾਬ ਦੇ ਵਿੱਚ ਦੇਖ ਸਕਦੇ ਹੋ। ਪ੍ਰਸ਼ਨ ਉਹਦੇ ਵਿੱਚੋਂ ਹੀ ਆ ਜਾਊਗਾ, ਧਿਆਨ ਰੱਖਿਓ ਇਸ ਗੱਲ ਦਾ। ਉਸ ਤੋਂ ਬਾਅਦ ਇਹਦੇ ਛੰਦ ਪੜ੍ਹਨੇ ਆ ਤੁਸੀਂ, ਦੋਹਰਾ, ਬੈਂਤ, ਦਵਈਆ, ਕਵਿਤ, ਕੋਰੜਾ ਤੇ ਚੌਪਈ। ਅਲੰਕਾਰ ਕਿਹੜੇ ਪੜ੍ਹਨੇ ਆ, ਰੂਪਕ, ਉਪਮਾ, ਅਨੁਪਰਾਸ, ਅਤਕਥਨੀ ਤੇ ਦ੍ਰਿਸ਼ਟਾਂਤ। ਰਸ ਕਿਹੜੇ ਪੜ੍ਹਨੇ ਆ ਜੀ, ਸ਼ਿੰਗਾਰ, ਹਾਸ, ਕਰੁਣ, ਰੌਦਰ, ਵੀਰ, ਭਿਆਨਕ, ਵਿਭਤਸ, ਅਦਭੁਤ ਅਤੇ ਸ਼ਾਂਤ ਰਸ ਪੜ੍ਹਨੇ ਆ ਜੀ। ਪੰਜਾਬੀ ਵਿਆਕਰਣ ਦੇ ਵਿੱਚ ਤੁਸੀਂ ਕੀ ਪੜ੍ਹਨਾ ਹੈ, ਇਸ ਦਾ ਪਰਿਭਾਸ਼ਕ ਤੇ ਵਿਹਾਰਿਕ ਅਧਿਐਨ ਦੇ ਵਿੱਚ ਨਾਮ, ਪੜਨਾਮ, ਕਿਰਿਆ, ਵਿਸ਼ੇਸ਼ਣ, ਸੰਬੰਧਕ, ਯੋਜਕ, ਕਾਰਕ, ਵਿਸਮਕ, ਲਿੰਗ, ਵਚਨ, ਵਿਰੋਧੀ ਸ਼ਬਦ, ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਸ਼ੁੱਧ ਅਸ਼ੁੱਧ ਸ਼ਬਦ, ਅਖਾਣ ਅਤੇ ਮੁਹਾਵਰੇ। ਇਹ ਸਿੱਧੇ ਨਹੀਂ ਪੜ੍ਹਨੇ, ਥੋੜੇ ਜਿਹੇ ਮਤਲਬ ਡੀਪ ਪੜ੍ਹਨੇ ਆਪਾਂ। ਇਹਨਾਂ ਬਾਰੇ ਵੀ ਆਪਾਂ ਪੂਰੀ ਵਿਚਾਰ ਚਰਚਾ ਕਰਾਂਗੇ ਪੂਰੀ। BA ਪੱਧਰ ਦੇ ਨਾਲ ਦੇਖ ਲਓ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਿਆ ਹੀ ਹੈ ਵੀ ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਦਾ ਪੰਜਾਬੀ ਇਤਿਹਾਸ ਹੈ ਜਿਹੜਾ, ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਸੂਫੀ ਕਾਵਧਾਰਾ ਵੀ ਆ ਜਾਂਦੀ ਹੈ, ਗੁਰਮਤਿ ਕਾਵਧਾਰਾ, ਕਿੱਸਾ ਕਾਵਧਾਰਾ, ਆਧੁਨਿਕ ਪੰਜਾਬੀ ਕਵਿਤਾ, ਆਧੁਨਿਕ ਪੰਜਾਬੀ ਨਾਵਲ ਅਤੇ ਨਿੱਕੀ ਕਹਾਣੀ, ਆਧੁਨਿਕ ਪੰਜਾਬੀ ਨਾਟਕ ਅਤੇ ਇਕਾਂਗੀ। ਇਹ ਥੋੜ੍ਹਾ ਜਿਹਾ ਤੁਸੀਂ ਖਿਆਲ ਕਰਨਾ। ਜੇ ਤੁਹਾਨੂੰ BA ਦੀਆਂ ਜਿਹੜੀਆਂ ਆਪਣੇ ਲੱਗਦੀਆਂ ਕਾਲਜ ਦੇ ਵਿੱਚ ਉਹ ਬੁੱਕਸ ਮਿਲ ਜਾਣ, ਕਿਤਾਬਾਂ ਕਿਤੋਂ ਅਵੇਲੇਬਲ ਹੋ ਜਾਣ ਤਾਂ ਕਹਿਣਾ ਹੀ ਕੀ, ਕਿਉਂਕਿ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਕਹਾਣੀ ਵਗੈਰਾ, ਕੋਈ ਨਿਬੰਧ ਵਗੈਰਾ ਦਿੱਤੇ ਹੋਏ ਆ, ਜਿਹੜੇ ਉਹ ਸੰਗ੍ਰਹਿ ਦਿੱਤੇ ਹੋਏ ਆ, ਉਹ ਤੁਸੀਂ ਪੜ੍ਹ ਸਕਦੇ ਹੋ। ਇਹ ਗੱਲ ਦਾ ਥੋੜ੍ਹਾ ਜਿਹਾ, ਕਿਉਂਕਿ ਵਿੱਚੋਂ ਪ੍ਰਸ਼ਨ ਪੁੱਛਦਾ ਹੁੰਦਾ, ਉਹ ਤੁਹਾਡੇ ਵਾਸਤੇ ਥੋੜ੍ਹਾ ਜ਼ਰੂਰੀ ਹੈ। ਸੂਫੀ ਕਵੀਆਂ ਬਾਰੇ ਆਪਾਂ ਉੱਪਰ ਵੀ ਗੱਲ ਕੀਤੀ ਸੀ, ਇੱਥੇ ਵੀ ਪੜ੍ਹਨੇ ਆ। ਦੋਨਾਂ ਹੀ ਮਤਲਬ ਇਕੱਠਾ ਹੀ ਕਰ ਲੈਣਾ, ਦੋਨਾਂ ਵਾਲਾ ਮੈਟਰ ਇਕੱਠਾ ਕਰ ਲੈਣਾ। BA ਵਾਲਾ ਵੀ ਤੇ +2 ਵਾਲਾ ਵੀ, ਦੋਨੇ ਹੀ ਕੰਮ ਆਉਣਗੇ।
मतलब सीनियर ਸੈਕੰਡਰੀ ਤੇ ਸੀਨੀਅਰ ਸੈਕੰਡਰੀ ਲੈਵਲ ਵਾਲਾ ਵੀ ਇਕੱਠਾ ਕਰ ਲਿਆ, ਉਧਰੋਂ ਬੀਏ ਪੱਧਰ ਵਾਲਾ ਵੀ, ਉਸ ਤੋਂ ਉੱਪਰ ਹਾਈ ਲੈਵਲ ਵਾਲਾ ਵੀ ਥੋੜਾ ਜਿਹਾ ਉਹ ਵੀ ਇਕੱਠਾ ਕਰ ਲਾਂਗੇ। ਕਿਤਾਬਾਂ ਤੁਹਾਨੂੰ ਬੁੱਕਸ ਤੁਹਾਨੂੰ ਵਾਰੀ ਦੱਸੀਆਂ ਹੋਈਆਂ, ਹੁਣ ਮੈਂ ਤੁਹਾਨੂੰ ਫੇਰ ਦੱਸ ਦੂੰਗਾ ਵੀ ਇਹ ਤੁਹਾਨੂੰ ਸਾਰਾ ਜਿਹੜਾ ਮੈਟਰ ਹੈ ਇਹ ਤੁਹਾਨੂੰ ਕਿੱਥੋਂ ਮਿਲੇਗਾ। ਉਸ ਤੋਂ ਬਾਅਦ ਗੁਰਮਤ ਕਵੀ ਆ ਗਏ ਜੀ, ਕਿੱਸਾ ਕਵੀ ਵੀ ਦੇ ਰੱਖੇ ਆ, ਦਮੋਦਰ, ਪੀਲੂ, ਹਾਫਿਜ਼ ਬਰਖੁਰਦਾਰ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰ ਯਾਰ ਤੇ ਫਜ਼ਲ ਸ਼ਾਹ। ਵਾਰਕਾਰ ਤੇ ਜੰਗਨਾਮਾ ਉਹੀ ਦੇ ਰੱਖੇ ਆ ਜੀ। ਆਧੁਨਿਕ ਪੰਜਾਬੀ ਕਵੀ ਦੇ ਰੱਖੇ ਆ ਜੀ, ਆਪਾਂ ਉੱਧਰ ਵੀ ਪੜ੍ਹੇ ਸੀ, ਇੱਧਰ ਵੀ ਨਾਮ ਦੇ ਰੱਖੇ ਆ। ਗਲਪ ਦੇ ਇੱਥੇ ਗਲਪ ਵੀ ਪੜ੍ਹਨਾ ਹੈ ਜੀ, ਨਾਵਲਾਂ ਬਾਰੇ। ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕਮਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਨਰਿੰਜਨ ਤਸਨੀਮ, ਦਲੀਪ ਕੌਰ ਟਿਵਾਣਾ। ਇਸ ਅੱਛਾ ਇੱਕ ਗੱਲ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਇਹ ਜਿਹੜੇ ਆ ਹੈ ਤਾਂ ਦਿੱਤਾ ਤਾਂ ਹੈ ਬੀਏ ਪੱਧਰ ਦੇ ਨਾਲ ਪਾਠਕ੍ਰਮ ਸੰਬੰਧਿਤ, ਪਰ ਇਹ 12ਵੀਂ ਵਾਲੀਆਂ ਕਿਤਾਬਾਂ ਦੇ ਵਿੱਚ ਵੀ ਮੈਟਰ ਦੇ ਰੱਖਿਆ। ਮਤਲਬ ਐਵੇਂ ਨਹੀਂਗਾ ਵੀ ਜੇ ਤੁਹਾਨੂੰ ਕਹਿਤਾ ਵੀ ਤੁਸੀਂ ਬੀਏ ਵਾਲੇ ਦੇ ਵਿੱਚੋਂ ਤਿਆਰ ਕਰਨਾ ਤੇ ਬੀਏ ਵਾਲੀਆਂ ਕਿਤਾਬਾਂ ਦੇ ਵਿੱਚੋਂ ਹੀ ਲੱਭਣ ਲੱਗ ਜੇ ਉਹਨੂੰ, ਨਹੀਂ, 12ਵੀਂ ਦੇ ਵਿੱਚੋਂ ਵੀ ਇਕੱਠਾ ਕਰ ਲੈਣਾ ਹੈ ਇਹ ਨਾਵਲ ਸੰਬੰਧੀ। ਕਿਉਂਕਿ ਹਾਂਜੀ ਜਦੋਂ ਆਪਾਂ ਇੱਥੇ ਗੱਲ ਕਰਦੇ ਆ ਆਧੁਨਿਕ ਪੰਜਾਬੀ ਨਾਵਲ, ਜਦੋਂ ਇੱਥੇ ਗਲਪ ਦੇ ਵਿੱਚ ਨਾਵਲ ਇਕੱਲੇ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਹੀ ਦੇ ਰੱਖਿਆ ਜਿਹੜਾ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੇ ਵਿੱਚ ਆ, ਪਰ ਇੱਥੇ ਗੁਰਦਿਆਲ ਸਿੰਘ ਦਾ ਨਾਮ ਇੱਥੇ ਵੀ ਦੇ ਦਿੱਤਾ ਹੈ। ਹੁਣ ਦੇਖ ਲਓ ਤੁਸੀਂ, ਆ ਦੇਖੋ ਗੁਰਦਿਆਲ ਸਿੰਘ ਜਾਂ ਪ੍ਰੋਫੈਸਰ ਗੁਰਦਿਆਲ ਸਿੰਘ ਇੱਕੋ ਹੀ ਗੱਲ ਹੈ, ਧਿਆਨ ਰੱਖਿਓ। ਉੱਪਰ ਦੇ ਰੱਖਿਆ, ਦੇਖੋ ਧਿਆਨ ਨਾਲ। ਇਹ ਵੀ ਪ੍ਰਸ਼ਨ ਕਿਸੇ ਵਿਦਿਆਰਥੀ ਨੇ ਮੈਨੂੰ ਕੀਤਾ ਸੀਗਾ, ਕਹਿੰਦਾ ਜੀ ਉੱਪਰ ਤਾਂ ਨਾਮ ਦੇ ਰੱਖਿਆ ਹਾਂਜੀ ਨਾਵਲਾਂ ਦੇ ਵਿੱਚ ਪ੍ਰੋਫੈਸਰ ਗੁਰਦਿਆਲ ਸਿੰਘ ਹੈ ਜੀ, ਤੇ ਇੱਥੇ ਜਿਹੜਾ ਨਾਵਲਕਾਰ ਦਾ ਨਾਮ ਜਦੋਂ ਆਪਾਂ ਬੀਏ ਵਾਲੇ ਪੱਧਰ ਦੇ ਵਿੱਚ ਦੇਖਦੇ ਹਾਂ ਉੱਥੇ ਇਕੱਲਾ ਗੁਰਦਿਆਲ ਸਿੰਘ ਹੈ ਜੀ। ਕਹਿੰਦਾ ਇਹ ਕੋਈ ਅੱਡ ਬੰਦੇ ਆ, ਮੈਂ ਕਿਹਾ ਜੀ ਬਿਲਕੁਲ ਨਹੀਂ, ਗੁਰਦਿਆਲ ਸਿੰਘ ਅਤੇ ਪ੍ਰੋਫੈਸਰ ਗੁਰਦਿਆਲ ਸਿੰਘ ਇੱਕੋ ਹੀ ਗੱਲ ਹੈ। 12ਵੀਂ ਦੀ ਪੁਸਤਕ ਦੇ ਵਿੱਚ ਪ੍ਰੋਫੈਸਰ ਗੁਰਦਿਆਲ ਸਿੰਘ ਮਤਲਬ ਗੁਰਦਿਆਲ ਸਿੰਘ ਉਹਦੀ ਇੱਕ ਕਹਾਣੀ ਦਿੱਤੀ ਹੋਈ ਹੈ, ਘੜੀ ਤਾਂ ਖਰਾਬ ਹੋ ਗਈ, ਉਹਦੇ ਵਿੱਚ ਵੀ ਥੋੜਾ ਬਹੁਤਾ ਦੇ ਰੱਖਿਆ ਸ਼ੁਰੂ ਦੇ ਵਿੱਚ, ਉਹ ਵੀ ਯਾਦ ਪੜ੍ਹ ਲਿਓ ਧਿਆਨ ਨਾਲ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਵੀ 11ਵੀਂ ਤੇ 12ਵੀਂ ਵਾਲੀਆਂ ਕਿਤਾਬਾਂ ਤੁਸੀਂ ਧਿਆਨ ਨਾਲ ਪੜ੍ਹ ਲਓ। ਕੁਛ ਵੱਡੇ ਲੈਵਲ ਦੇ ਵਿੱਚ ਪੜ੍ਹਨ ਦੀ ਬਜਾਏ ਜਿਹੜਾ ਬੇਸ ਆ ਆਪਣਾ, ਜਿਹੜੀ ਆਪਣਾ ਮੇਨ ਗੱਲ ਆ ਉਹ ਕਲੀਅਰ ਕਰ ਲਓ। ਇਸ ਕਰਕੇ ਥੋੜਾ ਜਿਹਾ ਇਸ ਚੀਜ਼ ਨੂੰ ਥੋੜਾ ਜਿਹਾ ਆਪਣੇ ਦਿਮਾਗ ਦੇ ਵਿੱਚ ਬਿਠਾਓ ਇੱਕ ਵਾਰੀ। 9ਵੀਂ 10ਵੀਂ ਤੇ 11ਵੀਂ 12ਵੀਂ ਇਹਨਾਂ ਕਿਤਾਬਾਂ ਨੇ ਹੀ ਤੁਹਾਨੂੰ ਸਿਲੈਕਸ਼ਨ ਦੇਣਾ, ਇਸ ਗੱਲ ਦੀ ਗਰੰਟੀ ਲਿਖਾ ਲਓ ਭਾਵੇਂ ਮੇਰੇ ਕੋਲੋਂ, ਕਿਉਂਕਿ ਇਹ ਜ਼ਰੂਰੀ ਹੈ ਇਹ ਤੁਹਾਡੇ ਵਾਸਤੇ। ਆਹ ਦੇਖ ਲਓ, ਹੁਣ ਮੈਂ ਤੁਹਾਨੂੰ ਦੱਸਿਆ ਵੀ ਗੁਰਦਿਆਲ ਸਿੰਘ ਇੱਥੇ ਦੇ ਰੱਖਿਆ। ਅਗਰ ਤੁਸੀਂ ਕਿਤਾਬ ਸਾਰੀ ਪੜ੍ਹਦੇ ਹੋਵੋਗੇ ਤਾਂ ਠੀਕ ਆ, ਉਹਦੇ ਵਿੱਚ ਕਹਾਣੀ ਦਿੱਤੀ ਹੈ। ਇੱਥੇ ਕਹਾਣੀ ਦੇ ਵਿੱਚ ਨਹੀਂ ਗੁਰਦਿਆਲ ਸਿੰਘ ਦਾ ਨਾਮ ਲਿਖਿਆ ਹੋਇਆ ਕਿਤੇ ਵੀ, ਉਹਦਾ ਨਾਵਲ ਦੇ ਵਿੱਚ ਲਿਖਿਆ ਹੋਇਆ, ਪਰ ਫਿਰ ਵੀ ਸ਼ੁਰੂ ਦੇ ਵਿੱਚ ਜਦੋਂ ਆਪਾਂ ਜੀਵਨੀ ਉਹ ਪਾਠ ਜਦੋਂ ਸ਼ੁਰੂ ਹੁੰਦਾ ਹੈ ਉੱਥੇ ਗੁਰਦਿਆਲ ਸਿੰਘ ਬਾਰੇ ਲਿਖਿਆ ਹੋਇਆ, ਤਾਂ ਉਹਦੇ 'ਚ ਵੀ ਕੋਈ ਕੰਮ ਦੀਆਂ ਗੱਲਾਂ ਦਿੱਤੀਆਂ ਹੁੰਦੀਆਂ ਹੈ ਨਾ, ਉਹ ਵੀ ਤੁਸੀਂ ਨਾਲ ਧਿਆਨ ਰੱਖਣੀ ਹੈ। ਸੋ ਇਹ ਨਾਵਲਕਾਰ ਆਪਾਂ ਇਹਨਾਂ ਬਾਰੇ ਪੜ੍ਹਾਂਗੇ। ਗੁਰਦਿਆਲ ਸਿੰਘ ਅਤੇ ਪ੍ਰੋਫੈਸਰ ਗੁਰਦਿਆਲ ਸਿੰਘ ਇੱਕੋ ਹੀ ਹੈ। ਹਾਂ, ਨਾਵਲਕਾਰ ਦੋ ਅੱਡ ਕਿਹੜੇ ਹੈ, ਪ੍ਰੋਫੈਸਰ ਗੁਰਦਿਆਲ ਸਿੰਘ ਅਤੇ ਗੁਰਦਿਆਲ ਸਿੰਘ ਫੁੱਲ, ਇਹ ਦੋ ਜਾਣੇ ਅਲੱਗ-ਅਲੱਗ ਆ। ਇਹ ਥੋੜਾ ਜਿਹਾ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਇੱਕ ਤਾਂ ਨਾਮ ਲਿਖਿਆ ਹੁੰਦਾ ਗੁਰਦਿਆਲ ਸਿੰਘ, ਇੱਕ ਲਿਖਿਆ ਆ ਜਾਂਦਾ ਗੁਰਦਿਆਲ ਸਿੰਘ ਫੁੱਲ। ਇਹ ਦੋਨੋਂ ਕਰੈਕਟਰ ਅੱਡ ਹੈ, ਦੋਨੋਂ ਨਾਵਲਕਾਰ ਅਲੱਗ-ਅਲੱਗ ਹੈ, ਪਰ ਗੁਰਦਿਆਲ ਸਿੰਘ ਅਤੇ ਪ੍ਰੋਫੈਸਰ ਗੁਰਦਿਆਲ ਸਿੰਘ ਇਹ ਇੱਕੋ ਹੀ ਹੈ। ਕਹਾਣੀ ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਭੁੱਲਰ, ਵਰਿਆਮ ਸਿੰਘ ਸੰਧੂ, ਅਜੀਤ ਕੌਰ, ਤੇ ਇਹ ਜਿਹੜੀਆਂ ਸਾਰੀਆਂ ਕਹਾਣੀਕਾਰ ਜਿਹੜੇ ਵੀ ਹੋਏ ਆ ਇਹਨਾਂ ਦੀਆਂ ਰਚਨਾਵਾਂ ਬਾਰੇ ਵੀ ਆਪਾਂ ਪੜ੍ਹਾਂਗੇ। ਆਧੁਨਿਕ ਪੰਜਾਬੀ ਇਕਾਂਗੀ ਅਤੇ ਨਾਟਕ ਦੇ ਵਿੱਚ ਦੇ ਰੱਖੇ ਆ ਜੀ ਇੰਨੇ ਇਕਾਂਗੀਕਾਰ ਤੇ ਨਾਟਕਕਾਰ, ਉੱਪਰ ਇਕੱਲੇ ਇਕਾਂਗੀਕਾਰ ਹੀ ਦਿੱਤੇ ਹੋਏ ਆ। ਦੇਖੋ ਇਹਦੇ ਵਿੱਚ ਇਕੱਲੇ ਆਧੁਨਿਕ ਪੰਜਾਬੀ ਇਕਾਂਗੀ ਦੇ ਰੱਖੇ ਆ। ਤੁਹਾਨੂੰ ਪਤਾ ਹੀ ਹੈ ਵੀ ਕੋਈ ਵੀ ਨਾਟਕਕਾਰ ਨਾਟਕ ਦੀ ਰਚਨਾ ਕਰਦਾ ਤਾਂ ਇਕਾਂਗੀ ਦੀ ਰਚਨਾ ਵੀ ਕਰਦਾ ਹੀ ਹੈ ਨਾ, ਕਿਉਂਕਿ ਈਸ਼ਵਰ ਚੰਦਰ ਨੰਦਾ ਜਿਵੇਂ ਆਪਣੇ ਨਾਟਕਾਂ ਦੀ ਵੀ ਰਚਨਾ ਕਰਦਾ ਹੈ, ਨਾਲ ਨਾਲ ਉਸਦੇ 3 ਇਕਾਂਗੀ ਸੰਗ੍ਰਹਿ ਵੀ ਆਪਾਂ ਪੜ੍ਹਦੇ ਹਾਂ। ਇਹ ਤੁਸੀਂ ਮਾੜਾ ਜਿਹਾ ਅਲੱਗ-ਅਲੱਗ ਥੋੜ੍ਹੀਆਂ ਜਿਹੀਆਂ ਇਸ ਚੀਜ਼ ਨੂੰ ਕਰ ਲੈਣਾ ਹੈ। ਉਸ ਤੋਂ ਬਾਅਦ ਦੇਖੋ ਜੀ ਹਾਂਜੀ ਵਾਰਤਕ ਦੇ ਵਿੱਚ ਆ ਗਿਆ ਜੀ, ਨਿਬੰਧ ਦੇ ਵਿੱਚ ਸਰਦਾ ਰਾਮ ਫਲੋਰੀ, ਪ੍ਰਿੰਸੀਪਲ ਤੇਜਾ ਸਿੰਘ, ਦਵਿੰਦਰ ਸਤਿਆਰਥੀ, ਮਹਿੰਦਰ ਸਿੰਘ ਰੰਧਾਵਾ, ਗਿਆਨੀ ਗੁਰਦਿੱਤ ਸਿੰਘ, ਸੋਹਿੰਦਰ ਸਿੰਘ ਵਣਜਾਰਾ ਬੇਦੀ ਅਤੇ ਪ੍ਰਿੰਸੀਪਲ ਸਰਵਣ ਸਿੰਘ। ਇਹਨਾਂ ਨੇ ਸਾਰਿਆਂ ਨੇ ਜਿਹੜੇ ਨਿਬੰਧ ਲਿਖੇ ਉਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ। ਸਫਰਨਾਮਾ, ਲਾਲ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ ਤੇ ਮੋਹਨ ਬਾਵਾ
ਅੱਛਾ, ਲਾਲ ਸਿੰਘ ਕਮਲਾ ਅਕਾਲੀ ਦੇ ਬਾਰੇ ਦੇਖੋ। ਲਾਲ ਸਿੰਘ ਕਮਲਾ ਅਕਾਲੀ ਦਾ ਨਾਮ ਹੈ ਜਿਹੜਾ ਉਹ ਨਿਬੰਧ ਦੇ ਵਿੱਚ ਵੀ ਆ ਰਿਹਾ ਹੈ। ਇਹ ਨਿਬੰਧਕਾਰ ਵੀ ਹੈ ਅਤੇ ਇਸਨੇ ਇੱਕ ਸਫ਼ਰਨਾਮਾ ਵੀ ਲਿਖਿਆ ਹੈ। ਧਿਆਨ ਰੱਖਿਓ ਥੋੜਾ ਜਿਹਾ, ਇਹ ਤੁਸੀਂ ਜਦੋਂ ਪੜ੍ਹੋਗੇ ਉਦੋਂ ਨਾਲ ਨਾਲ ਗੱਲ ਕਲੀਅਰ ਹੋ ਜੂਗੀ ਤੁਹਾਡੀ। ਅੱਗੇ ਆ ਜਾਏ ਜੀ, ਦੇਖੋ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਅਤੇ ਵਿਸ਼ੇਸ਼ਤਾਵਾਂ, ਇਹਦੇ ਬਾਰੇ ਤੇ ਆਪਾਂ ਵਿਚਾਰ ਚਰਚਾ ਖਾਸ ਕਰਾਂਗੇ ਕਿਉਂਕਿ ਇਹ ਟੌਪਿਕ ਫਸਟ ਗ੍ਰੇਡ ਦੇ ਵਿੱਚ ਵੀ ਹੈ, ਸੈਕੰਡ ਗ੍ਰੇਡ ਦੇ ਵਿੱਚ ਵੀ ਹੈ। ਇਹਦੇ ਉੱਪਰ ਤਾਂ ਸ਼ਾਨਦਾਰ ਕਲਾਸਾਂ ਬਣਾਵਾਂਗੇ, ਕੋਈ ਦੋ ਰਾਏ ਨਹੀਂ ਇਹਦੇ ਵਿੱਚ ਆਪਣੀ। ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ ਚਿੰਨ੍ਹ, ਇਹ ਵੀ ਫਸਟ ਗ੍ਰੇਡ ਦੇ ਵਿੱਚ ਸੀਗਾ ਕਿ ਨਹੀਂ। ਪੰਜਾਬੀ ਲੋਕ ਸਾਹਿਤ ਰੂਪ ਢੋਲਾ, ਮਾਹੀਆ, ਟੱਪਾ, ਅਲਾਵਣੀ, ਸਿੱਠਣੀ, ਸੁਹਾਗ ਗੀਤ, ਲੰਮੀ ਬੋਲੀ, ਘੋੜੀਆਂ, ਪੰਜਾਬੀ ਰੀਤਾਂ ਰਸਮਾਂ, ਜਨਮ, ਵਿਆਹ ਅਤੇ ਮੌਤ ਦਾ ਸਮਾਂ। ਅੱਗੇ ਦੇਖ ਲਓ ਜੀ, ਪੰਜਾਬੀ ਭਾਸ਼ਾ ਦੇ ਵਿਭਿੰਨ ਸਾਹਿਤ ਰੂਪਾਂ ਅਤੇ ਪੰਜਾਬੀ ਵਿਆਕਰਣ ਦੇ ਅਧਿਆਪਨ ਦੀਆਂ ਅਧਿਐਨ ਵਿਧੀਆਂ ਕਰਨੀਆਂ ਜੀ। ਕਵਿਤਾ ਦੀ ਵਿਧੀ, ਨਾਟਕ ਤੇ ਇਕਾਂਗੀ ਦੀ, ਨਾਵਲ ਤੇ ਨਿੱਕੀ ਕਹਾਣੀ ਦੀ, ਨਿਬੰਧ, ਸਫ਼ਰਨਾਮਾ, ਜੀਵਨੀ ਅਤੇ ਸਵੈ ਜੀਵਨੀ ਤੇ ਪੰਜਾਬੀ ਵਿਆਕਰਣ ਨੂੰ ਪੜ੍ਹਾਉਣ ਦੀਆਂ ਜਿਹੜੀਆਂ ਵਿਧੀਆਂ ਆਪਾਂ ਨੂੰ ਚਾਹੀਦੀਆਂ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਇਹ ਪੈਡਾਗੋਜੀ ਦੇ ਵਿੱਚੋਂ ਆ ਗਿਆ ਜੀ ਪੋਰਸ਼ਨ। ਇਹ ਕੁੱਲ ਅੰਕ ਦੇਖ ਲਓ 40, ਮਤਲਬ 20 ਨੰਬਰਾਂ ਦਾ 20 ਕੁਐਸਚਨ, 40 ਨੰਬਰ 20 ਕੁਐਸਚਨਾਂ ਦਾ ਪੋਰਸ਼ਨ ਹੈ ਇਹ ਤੁਹਾਡਾ। ਇਹ ਹੈ ਜਿਹੜਾ ਹੁਣ ਦੇਖਦੇ ਆ ਆਪਾਂ। ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਹੁਣ ਦੇਖਦੇ ਆ ਜੀ ਕਿਤਾਬਾਂ ਬਾਰੇ, ਕਿ ਆਪਾਂ ਕਿਤਾਬਾਂ ਜਿਹੜੀਆਂ ਉਹ ਕਿਹੜੀਆਂ ਕਿਹੜੀਆਂ ਆਪਣੇ ਵਾਸਤੇ ਕੰਮ ਦੀਆਂ ਹਨ, ਕਿਹੜੀਆਂ ਕਿਤਾਬਾਂ ਆਪਾਂ ਪੜ੍ਹਨ ਦੇ ਨਾਲ ਸਿਲੈਕਸ਼ਨ ਦੇ ਨੇੜੇ ਹੋ ਜਾਵਾਂਗੇ। ਦੇਖੋ ਜੀ, ਪੁਸਤਕਾਂ ਤਾਂ ਬਹੁਤ ਹੈ, ਗਿਣਤੀ ਕੋਈ ਨਹੀਂ ਪੁਸਤਕਾਂ ਦੀ, ਪਰ ਕੰਮ ਦੀਆਂ ਪੁਸਤਕਾਂ ਤੁਹਾਨੂੰ ਵਾਰੀ ਵਾਰੀ ਮੈਂ ਕਿਹਾ ਉਹੋ ਹੀ ਪੜ੍ਹਨੀਆਂ। ਇੱਕ ਤਾਂ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਪੰਜਾਬੀ ਦੇ ਵਿੱਚ ਲੱਗਦੀਆਂ ਨੇ ਜਿਹੜੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਨਾ, ਹਾਂਜੀ, ਇੱਕ ਤਾਂ 9th, ਇੱਕ 10th, ਇੱਕ 11th, ਇੱਕ 12th। ਵਾਰ-ਵਾਰ ਕਹਿ ਰਿਹਾ ਮੈਂ, ਇਹ ਜਿਹੜੀਆਂ ਆਪਣੇ RBSC ਵਾਲੀਆਂ ਕਿਤਾਬਾਂ ਲੱਗਦੀਆਂ ਨਾ ਪੰਜਾਬੀ ਦੀਆਂ, ਇਹ ਤੁਸੀਂ ਪੜ੍ਹਨੀਆਂ। ਇੱਕ ਤਾਂ 9th, 10th, 11th ਅਤੇ 12th ਦੀਆਂ RBSC ਬੋਰਡ ਦੀਆਂ ਆਪਣੀ ਜਿਹੜੀਆਂ ਆਪਣੇ ਸਕੂਲਾਂ ਦੇ ਵਿੱਚ ਲੱਗਦੀਆਂ ਉਹ ਪੜ੍ਹਨੀਆਂ। ਅੱਛਾ, ਹੋਰ ਦੇਖਦੇ ਹਾਂ ਜੀ। ਇੱਕ ਪੁਸਤਕ ਤਾਂ ਤੁਹਾਨੂੰ ਪਤਾ ਹੀ ਹੈ, ਜਿਹੜੀ ਮੈਂ ਵਾਰੀ ਵਾਰੀ ਤੁਹਾਨੂੰ ਕਹਿਣਾ ਹੁੰਦਾ, ਜਿਹੜੀ ਪ੍ਰਸਿੱਧ ਪੁਸਤਕ ਹੈ, ਇੱਕ ਪੰਜਾਬੀ ਸਾਹਿਤ ਦਾ ਇਤਿਹਾਸ। ਪੰਜਾਬੀ ਸਾਹਿਤ ਦਾ ਇਤਿਹਾਸ, ਰਾਈਟਰ ਦਾ ਨਾਮ ਤੁਹਾਨੂੰ ਹੁਣ ਤਾਂ ਰਟਿਆ ਗਿਆ। ਬਹੁਤ ਸਾਰੇ ਵਿਦਿਆਰਥੀਆਂ ਨੇ ਇਹ ਕਿਤਾਬ ਮੰਗਵਾ ਵੀ ਲਈ ਹੈ। ਮੈਨੂੰ ਮੈਸੇਜ ਜ਼ਰੂਰ ਕਰਦੇ ਹੁੰਦੇ ਆ ਵਿਦਿਆਰਥੀ, ਜਦੋਂ ਕਿਤਾਬ ਲੈ ਆਉਣ, ਕਿਤਾਬ ਦੀ ਫੋਟੋ ਉੱਪਰੋਂ ਕਵਰ ਦੀ ਪਾਉਂਦੇ ਹੁੰਦੇ ਆ ਜੀ, ਸਰ ਜੀ ਆਹ ਬੁੱਕ ਹੈ ਜੀ। ਹਾਂ ਬਿਲਕੁਲ, ਕਵਰ ਬਦਲਿਆ ਹੋ ਸਕਦਾ, ਉੱਪਰ ਕੋਈ ਦਿੱਕਤ ਨਹੀਂ, ਕਿਉਂਕਿ ਦੋ ਕੁ ਤਰ੍ਹਾਂ ਦੇ ਕਵਰ ਦੀ ਚੱਲ ਰਹੀ ਹੈ। ਇੱਕ ਤਾਂ ਇਹ 2016-17 ਦੀ ਐਡੀਸ਼ਨ ਦੇ ਵਿੱਚ ਉੱਪਰ ਪੀਲਾ ਜਿਹਾ ਕਵਰ ਹੈ, ਇੱਕ ਜਮਾਂ ਨਿਊ ਐਡੀਸ਼ਨ ਹੈ, ਕੋਈ ਦਿੱਕਤ ਨਹੀਂ। ਅੰਦਰ ਮੈਟਰ ਉਹੀ ਹੈ। ਜਿਹੜੀ ਨਿਊ ਐਡੀਸ਼ਨ ਹੈ ਉਹਦੇ ਵਿੱਚ ਕੁਝ ਨਵੀਆਂ ਰਚਨਾਵਾਂ ਜਿਹੜੀਆਂ ਨਵੇਂ ਕਵੀ ਕਰ ਰਹੇ ਆ, ਬਸ ਉਹ ਵਿੱਚ ਐਡ ਕਰਤੀਆਂ, ਹੋਰ ਕੁਝ ਨਹੀਂ ਗਾ। ਬ੍ਰਹਮ ਜਗਦੀਸ਼ ਸਿੰਘ, ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਗੀ ਵੀ ਇੰਨੀ 2017 ਵਾਲੀ ਜੇ ਮੰਨ ਲਓ ਕਿਸੇ ਕੋਲੇ ਹੈਗੀ ਆ ਤਾਂ ਕੋਈ ਦਿੱਕਤ ਨਹੀਂ। ਇਹ ਪੁਸਤਕ ਦੇ ਵਿੱਚੋਂ ਤੁਹਾਨੂੰ ਆ ਸਾਰਾ ਆ ਜਿਹੜਾ ਤੁਹਾਨੂੰ ਦਿਖ ਰਿਹਾ ਤੁਹਾਡੇ ਸਾਹਮਣੇ, ਮੈਂ ਦੱਸਦਾ ਤੁਹਾਨੂੰ ਕੀ ਕੀ ਮਿਲ ਜਾਏਗਾ ਇਹਦੇ ਤੋਂ ਤੁਹਾਨੂੰ। ਹਾਂਜੀ, ਇਸ ਬੁੱਕ ਦੇ ਵਿੱਚੋਂ ਤੁਹਾਨੂੰ ਆ ਸੂਫੀ ਕਾਵਿ ਮਿਲ ਜੂਗਾ ਇੱਕ ਤਾਂ, ਹਾਂਜੀ ਸੂਫੀ ਕਾਵਿ ਮਿਲ ਜੂਗਾ, ਠੀਕ ਹੈ ਜੀ। ਸੂਫੀ ਕਾਵਿ ਦੀ ਸ਼ੁਰੂ ਦੇ ਵਿੱਚ ਰੂਪ ਰੇਖਾ, ਉਹਨੂੰ ਜ਼ਰੂਰ ਯਾਦ ਕਰ ਲਿਓ। ਉਸ ਤੋਂ ਬਾਅਦ ਗੁਰਮਤਿ ਕਾਵਿ ਮਿਲ ਜੂਗਾ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਇਹ ਸਾਰੇ ਗੁਰਮਤਿ ਕਵੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮਤਲਬ ਜਿੰਨਾ ਵੀ ਗੁਰਬਾਣੀ, ਮਤਲਬ ਜਿਹੜੇ ਜਿਹੜੇ ਗੁਰੂਆਂ ਦੀ, ਗੁਰਸਿੱਖਾਂ ਦੀ ਗੁਰਬਾਣੀ, ਉਹ ਸਾਰੀ ਨੂੰ ਤੁਸੀਂ ਧਿਆਨ ਨਾਲ ਯਾਦ ਕਰ ਸਕਦੇ ਹੋ ਉਸੇ ਬੁੱਕ ਦੇ ਵਿੱਚ ਜਿਹਦਾ ਨਾਮ ਲਿਖਿਆ ਹੈ। ਵੀਰ ਕਾਵਿ ਧਾਰਾ ਵੀ ਮਿਲ ਜੂਗੀ, ਕਿੱਸਾ ਵੀ, ਆਧੁਨਿਕ ਵੀ, ਆਧੁਨਿਕ ਪੰਜਾਬੀ ਕਾਵਿ, ਗਲਪ, ਨਾਵਲ, ਕਹਾਣੀ, ਇਹ ਸਭ ਤੁਹਾਨੂੰ ਪ੍ਰੋਵਾਈਡ ਹੋ ਜਾਊਗਾ ਉਸ ਇੱਕੇ ਬੁੱਕ ਦੇ ਵਿੱਚੋਂ। ਉਸ ਤੋਂ ਬਾਅਦ ਆਧੁਨਿਕ ਪੰਜਾਬੀ ਇਕਾਂਗੀ ਵੀ ਮਿਲ ਜੂ, ਵਾਰਤਕ ਵੀ, ਨਿਬੰਧ ਵੀ, ਆ ਸਾਰੇ ਜਿੰਨੇ ਵੀ ਰਾਈਟਰ ਤੁਹਾਡੇ ਸਾਹਮਣੇ ਆ ਉਸ ਬੁੱਕ ਦੇ ਵਿੱਚ ਵਧੀਆ ਸ਼ਾਨਦਾਰ ਦੇ ਰੱਖੇ ਆ। ਸਾਹਿਤ ਬੋਧ ਹੈ ਜਿਹੜੀ, ਇਹ ਤੁਹਾਨੂੰ ਇੱਕ ਮੈਂ ਦੱਸਿਆ ਸੀਗਾ ਵੀ ਸਾਹਿਤ ਬੋਧ ਵਾਸਤੇ ਤੁਸੀਂ ਵੈਸੇ ਤਾਂ ਵੀ ਜਿਹੜਾ ਆਹ ਸਾਹਿਤ ਦੇ ਰੂਪ ਵੰਨਗੀਆਂ, ਕਵਿਤਾ, ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ ਜੀਵਨੀ, ਨਾਵਲ, ਨਿੱਕੀ ਕਹਾਣੀ,
ਇਕਾਂਗੀ ਅਤੇ ਨਾਟਕ। ਇਹ ਸਾਹਿਤ ਬੋਧ ਵਾਲਾ ਥੋੜਾ ਪੋਰਸ਼ਨ ਤਾਂ ਇਸੇ ਬੁੱਕ ਦੇ ਵਿੱਚ ਵੀ ਦੇ ਰੱਖਿਆ। ਦੂਸਰਾ 12ਵੀਂ ਵਾਲੀ ਬੁੱਕ ਦੇ ਵਿੱਚ ਬਹੁਤ ਸ਼ਾਨਦਾਰ ਦਿੱਤਾ ਹੋਇਆ। ਅਗਰ ਤੁਸੀਂ ਉਹ ਤੋਂ ਕਲੀਅਰ ਕਰ ਲਿਆ ਤਾਂ ਕੁਐਸਚਨ ਉਹਦੇ ਵਿੱਚੋਂ ਹੀ ਪੈ ਜਾਊਗਾ, ਕੋਈ ਦੋ ਰਾਏ ਨਹੀਂ ਇਹਦੇ ਵਿੱਚ। ਉਸ ਤੋਂ ਬਾਅਦ ਹੈ ਜੀ ਛੰਦ ਅਲੰਕਾਰ। ਇਹ ਤੁਹਾਨੂੰ ਮਤਲਬ ਵੱਖਰੇ ਥੋੜੇ ਜਿਹੇ ਪ੍ਰੋਵਾਈਡ ਕਰਵਾ ਦਾਂਗੇ ਜੀ। ਛੰਦ ਅਲੰਕਾਰ ਰਸ 11ਵੀਂ 12ਵੀਂ ਵਾਲੀਆਂ ਕਿਤਾਬਾਂ ਦੇ ਵਿੱਚ ਵੀ ਦੇ ਰੱਖੇ ਆ। ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਪੜ੍ਹਦੇ ਜਾਓਗੇ ਉਸ ਚੀਜ਼ ਦਾ ਨੌਲੇਜ ਆਉਂਦਾ ਜਾਊਗਾ। ਜਿਵੇਂ ਜਿਵੇਂ ਕਵੀਆਂ ਦੀਆਂ ਰਚਨਾਵਾਂ ਪੜ੍ਹੋਗੇ ਨਾ, ਜਿਵੇਂ ਜਿਵੇਂ ਛੰਦ ਅਲੰਕਾਰ ਰਸ ਕਿਵੇਂ ਧਿਆਨ ਦੇ ਵਿੱਚ ਆਉਂਦੇ ਆ ਆਪਾਂ ਨੂੰ, ਜਿਵੇਂ ਜਿਵੇਂ ਤੁਸੀਂ ਕਵਿਤਾਵਾਂ ਪੜ੍ਹੋਗੇ ਵਿੱਚ, ਤਾਂ ਉਵੇਂ ਤੁਹਾਨੂੰ ਛੰਦ ਤੇ ਅਲੰਕਾਰ ਤੇ ਰਸ ਬਾਰੇ ਹੌਲੀ ਹੌਲੀ ਗਿਆਨ ਹੁੰਦਾ ਜਾਵੇਗਾ। ਇਹ ਪ੍ਰੈਕਟੀਕਲ ਹੈ ਚੀਜ਼। ਇਸ ਚੀਜ਼ ਦੀ ਥਿਉਰੀ ਪੜ੍ਹਨ ਦਾ ਕੋਈ ਏਡਾ ਮਤਲਬ ਨਹੀਂ ਹੁੰਦਾ ਛੰਦ ਅਲੰਕਾਰ ਰਸ ਦੀ। ਇਹ ਪ੍ਰੈਕਟੀਕਲੀ ਚੀਜ਼ ਹੁੰਦੀ ਹੈ ਵੀ ਆਪਾਂ ਕਵਿਤਾ ਨੂੰ ਪੜ੍ਹ ਕੇ ਤਾਂ ਉਹ ਪਹਿਚਾਣ ਸਕੀਏ ਵੀ ਇਹਦੇ ਵਿੱਚ ਛੰਦ ਕਿਹੜਾ, ਅਲੰਕਾਰ ਕਿਹੜਾ, ਰਸ ਕਿਹੜਾ। ਉਸ ਤੋਂ ਬਾਅਦ ਆ ਗਿਆ ਜੀ ਪੰਜਾਬੀ ਵਿਆਕਰਣ ਦੇ। ਅੱਛਾ, ਇਹਨੂੰ ਥੋੜਾ ਜਿਹਾ ਪੋਰਸ਼ਨ ਨੂੰ ਛੱਡ ਕੇ ਇੱਕ ਵਾਰ ਇੱਥੇ ਆ ਜਾਵੋ। ਆਹ ਸਾਰਾ ਜਿਹੜਾ ਪੋਰਸ਼ਨ ਹੈ ਤੁਹਾਨੂੰ ਇਹ ਸਾਰਾ ਪੰਜਾਬੀ ਸਾਹਿਤ ਦਾ ਇਤਿਹਾਸ ਬ੍ਰਹਮ ਜਗਦੀਸ਼ ਸਿੰਘ ਵਾਲੀ ਬੁੱਕ ਦੇ ਵਿੱਚੋਂ ਸਾਰਾ ਮੈਟਰ ਪ੍ਰੋਵਾਈਡ ਹੋ ਜੂਗਾ। ਆਹ ਜਿਹੜਾ ਸਾਰਾ ਸੂਫੀ ਕਵੀ, ਗੁਰਮਤ ਕਵੀ, ਕਿੱਸਾ ਕਵੀ, ਵਾਰਕਾਰ ਤੇ ਜੰਗਨਾਮਾ ਵਾਲੇ, ਗਲਪ ਵਾਲੇ, ਇਹ ਸਾਰੇ ਕਵੀ ਤੁਹਾਨੂੰ ਉਸੇ ਬੁੱਕ ਦੇ ਵਿੱਚੋਂ ਬ੍ਰਹਮ ਜਗਦੀਸ਼ ਸਿੰਘ ਵਾਲੀ ਦੇ ਵਿੱਚੋਂ ਆ ਵੀ ਸਾਰਾ ਜਿੰਨਾ ਵੀ ਪੋਰਸ਼ਨ ਦੇ ਰੱਖਿਆ ਇੱਥੋਂ ਤੱਕ ਇਹ ਮਿਲ ਜਾਵੇਗਾ। ਆ ਵੀ ਦੇ ਰੱਖਿਆ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਹਾਲਾਂਕਿ ਇਹ ਪੋਰਸ਼ਨ ਵਾਸਤੇ ਇੰਨੇ ਵਾਸਤੇ ਮੈਂ ਇੱਕ ਬੁੱਕ ਤੁਹਾਨੂੰ ਵਾਰੀ ਵਾਰੀ ਦੱਸੀ ਹੋਈ ਹੈ ਕਿ ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵਾਲੀ ਜਿਹੜੀ ਬੁੱਕ ਹੈ ਉਹਦੇ ਵਿੱਚ ਇਹ ਪੋਰਸ਼ਨ ਹੈ ਜਿਹੜਾ ਬਹੁਤ ਵਧੀਆ ਕਲੀਅਰ ਕੀਤਾ ਹੋਇਆ ਹੈ। ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਇਹ ਹੈ ਜਿਹੜਾ ਭਾਸ਼ਾ ਸੰਬੰਧੀ, ਭਾਸ਼ਾ ਵਿਗਿਆਨ ਸੰਬੰਧੀ ਕੋਈ ਵੀ ਜਿਹੜਾ ਟੌਪਿਕ ਆ ਜਾਏ ਤੁਹਾਡੇ ਸਾਹਮਣੇ, ਭਾਸ਼ਾ ਬਾਰੇ, ਪੰਜਾਬੀ ਭਾਸ਼ਾ ਬਾਰੇ, ਲਿਪੀ ਬਾਰੇ, ਭਾਸ਼ਾ ਦੇ ਨਿਕਾਸ ਵਿਕਾਸ ਬਾਰੇ, ਭਾਸ਼ਾ ਦੀਆਂ ਵਿਸ਼ੇਸ਼ਤਾਵਾਂ, ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ, ਇਸ ਤਰ੍ਹਾਂ ਦਾ ਟੌਪਿਕ ਵਾਸਤੇ ਮੈਂ ਤੁਹਾਨੂੰ ਬੁੱਕ ਦੱਸੀ ਹੋਈ ਹੈ ਕਿ ਬੁੱਕ ਦਾ ਨਾਮ ਹੈ ਭਾਸ਼ਾ ਵਿਗਿਆਨ। ਪੁਸਤਕ ਦਾ ਨਾਮ ਹੈ ਜੀ ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ। ਇਹ ਪੁਸਤਕ ਹੈ ਜਿਹੜੀ ਸਭ ਤੋਂ ਬੈਸਟ ਪੁਸਤਕ ਹੈ ਜੀ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਅਤੇ ਗੁਰਮੁਖੀ ਲਿਪੀ। ਰਾਈਟਰ ਬ੍ਰਹਮ ਜਗਦੀਸ਼ ਸਿੰਘ ਹੀ ਹੈ ਜੀ। ਇਸ ਪੁਸਤਕ ਦਾ ਰਾਈਟਰ ਕੌਣ ਹੈ ਜੀ? ਆ ਸੇਮ ਹੀ ਰਾਈਟਰ ਹੈ ਜੀ ਜੋ ਉੱਪਰ ਲਿਖਿਆ ਹੋਇਆ ਨਾਮ, ਡਾਕਟਰ ਬ੍ਰਹਮ ਜਗਦੀਸ਼ ਸਿੰਘ। ਇਸ ਪੁਸਤਕ ਦਾ ਤੁਸੀਂ ਖਾਸ ਧਿਆਨ ਰੱਖਣਾ। ਦੱਸਦਾ ਤੁਹਾਨੂੰ ਵੀ ਇਹ ਪੁਸਤਕ ਹੈ ਜਿਹੜੀ ਇਹ ਕਿਸ ਦੇ ਕੰਮ ਆਵੇਗੀ। ਉਸ ਤੋਂ ਬਾਅਦ ਦੇਖੋ ਆ ਸੱਭਿਆਚਾਰ ਤੇ ਲੋਕ ਸਾਹਿਤ ਰੂਪ ਤੇ ਲੋਕ ਪੰਜਾਬੀ ਰੀਤਾਂ ਰਸਮਾਂ ਸੰਬੰਧੀ ਇੱਕ ਪ੍ਰਸਿੱਧ ਬੁੱਕ ਦਾ ਨਾਮ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦਾ ਹੁੰਦਾ ਵੀ ਜਿਹੜੀ ਲੋਕ ਧਾਰਾ ਤੇ ਸੱਭਿਆਚਾਰ ਸੰਬੰਧੀ ਬੁੱਕ ਹੈ ਉਹ ਹੈਗੀ ਹੈ ਜੀ ਪੰਜਾਬੀ ਸੱਭਿਆਚਾਰ ਸੰਬੰਧੀ। ਉਹ ਪੁਸਤਕ ਹੈ ਜਿਹੜੀ, ਬਸ ਉਹ ਰਾਈਟਰ ਦਾ ਨਾਮ ਹੀ ਤੁਹਾਨੂੰ ਮੇਨ ਹੁੰਦਾ ਹੈ। ਪੰਜਾਬੀ ਸੱਭਿਆਚਾਰ ਦੀ ਪੁਸਤਕ ਹੈ ਜਿਹੜੀ ਉਹ ਹੈਗੀ ਹੈ ਜੀ ਬਲਵੀਰ ਸਿੰਘ ਪੂਨੀ। ਤੁਸੀਂ ਬੁੱਕ ਸ਼ਾਪ ਤੇ ਜਾ ਕੇ ਕਹੋ ਜੀ ਬਲਵੀਰ ਸਿੰਘ ਪੂਨੀ ਦੀ ਪੁਸਤਕ ਸਾਨੂੰ ਚਾਹੀਦੀ ਹੈ, ਲੋਕ ਧਾਰਾ ਸੱਭਿਆਚਾਰ ਵਾਲੀ ਪੁਸਤਕ ਤੁਹਾਨੂੰ ਮਿਲ ਜਾਵੇਗੀ, ਨੋ ਡਾਊਟ, ਬਲਵੀਰ ਸਿੰਘ ਪੂਨੀ। ਸੋ ਇਹ ਪੁਸਤਕ ਦਾ ਵੀ ਤੁਸੀਂ ਖਾਸ ਮਤਲਬ ਧਿਆਨ ਰੱਖਣਾ। ਕਿਉਂ ਇਹ ਪੁਸਤਕ ਤੁਹਾਡੇ ਵਾਸਤੇ ਕਿਉਂ ਲੋੜੀਂਦੀ ਹੈ? ਸੱਭਿਆਚਾਰ ਸੰਬੰਧੀ ਤੇ ਲੋਕ ਸਾਹਿਤ ਤੇ ਰੀਤਾਂ ਰਸਮਾਂ ਸੰਬੰਧੀ ਜਿੰਨਾ ਵੀ ਟੌਪਿਕ ਹੈ ਉਹ ਤੁਹਾਡਾ ਇਸ ਪੁਸਤਕ ਦੇ ਵਿੱਚੋਂ ਕਲੀਅਰ ਹੋ ਜਾਵੇਗਾ। ਬਲਵੀਰ ਸਿੰਘ ਪੂਨੀ ਦੀ ਇੱਕਮਾਤਰ ਪ੍ਰਸਿੱਧ ਪੁਸਤਕ ਹੈ ਲੋਕ ਧਾਰਾ ਸੰਬੰਧੀ, ਉਹਦੇ ਵਿੱਚੋਂ ਇਹ ਸਾਰਾ ਪੋਰਸ਼ਨ ਤੁਹਾਨੂੰ ਮਿਲ ਜਾਵੇਗਾ। ਉਸ ਤੋਂ ਬਾਅਦ ਹੈ ਜੀ ਹਾਂਜੀ ਪੰਜਾਬੀ ਭਾਸ਼ਾ ਦੇ ਵਿਭਿੰਨ ਸਾਹਿਤ ਰੂਪਾਂ ਤੇ ਪੰਜਾਬੀ ਵਿਆਕਰਣ ਦੇ ਅਧਿਆਪਨ ਦੀਆਂ ਅਧਿਐਨ ਵਿਧੀਆਂ। ਇਹ ਆਊਗਾ ਜੀ ਕੁੱਲ ਅੰਕ 40-20% ਦੇ ਵਿੱਚੋਂ ਆਉਣਗੇ। ਇਹਦਾ ਮੈਂ ਤੁਹਾਨੂੰ ਇੱਕਮਾਤਰ ਜਿਹੜੀ ਪ੍ਰਸਿੱਧ ਪੁਸਤਕ ਤੁਹਾਨੂੰ ਵਾਰੀ-ਵਾਰੀ ਦੱਸਦਾ ਹੀ ਹੁੰਦਾ ਕਿ ਜਿਹੜੀ ਹੈਗੀ ਆ ਪੰਜਾਬੀ ਭਾਸ਼ਾ ਦਾ ਅਧਿਆਪਨ, ਪੰਜਾਬੀ ਭਾਸ਼ਾ ਦਾ ਅਧਿਆਪਨ ਹੈ ਜਿਹੜਾ ਉਹ ਬੁੱਕ ਹੈ ਜਿਹੜੀ ਅਧਿਆਪਨ ਸੰਬੰਧੀ। ਤੁਹਾਨੂੰ ਪਤਾ ਹੀ ਹੈ ਪੁਸਤਕ ਦਾ ਨਾਮ ਵੀ ਪਤਾ ਹੈ, ਤੁਹਾਨੂੰ ਰਾਈਟਰ ਦਾ ਨਾਮ ਵੀ ਪਤਾ ਹੈ, ਇੰਦਰਦੇਵ ਸਿੰਘ ਨੰਦਰਾ। ਇਹ ਵੀ 2 ਕਵਰ ਵੱਖ-ਵੱਖ ਕਵਰ ਦੇ ਵਿੱਚ ਆਉਂਦੀ ਹੈ। ਇਹਦਾ ਵੀ ਕੋਈ ਦਿੱਕਤ ਨਹੀਂ, ਕਿਸੇ ਵੀ ਕਵਰ ਦੇ ਵਿੱਚ ਤੁਹਾਨੂੰ ਮਿਲ ਜਾਵੇ, ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੈ। ਸ਼ਾਇਦ ਇੱਕ ਪੀਲੇ ਜਿਹੇ ਕਵਰ ਦੇ ਵਿੱਚ ਆ, ਇੱਕ ਸ਼ਾਇਦ ਨੀਲੇ ਜਿਹੇ
ਕਲਰ ਦਾ ਮੈਨੂੰ ਧਿਆਨ ਨਹੀਂ ਗਾ, ਪਰ ਮੈਨੂੰ ਇੰਨਾ ਪਤਾ ਵੀ ਇਹ ਵੀ 2 ਕਲਰ ਦੇ ਵਿੱਚ ਇਹਦਾ ਕਵਰ ਜਾਂ ਉੱਪਰ ਆਉਂਦਾ, ਜਿਵੇਂ ਪੰਜਾਬੀ ਸਾਹਿਤ ਦਾ ਇਤਿਹਾਸ ਬ੍ਰਹਮ ਜਗਦੀਸ਼ ਸਿੰਘ ਵਾਲੀ ਬੁੱਕ ਵੀ ਇਸ ਤਰ੍ਹਾਂ ਆਉਂਦੀ ਹੈ। ਇਹ ਤਾਂ ਕੋਈ ਦਿੱਕਤ ਨਹੀਂ ਗੀ। ਇਸ ਪੁਸਤਕ ਦੇ ਵਿੱਚੋਂ ਜੋ ਵੀ ਤੁਹਾਨੂੰ ਅਧਿਆਪਨ ਸੰਬੰਧੀ ਹੈ ਜਿਹੜਾ ਅਧਿਆਪਨ ਵਾਲਾ ਪੋਰਸ਼ਨ ਹੈ ਇਹ ਸਾਰਾ ਤੁਹਾਨੂੰ ਉਹਦੇ ਵਿੱਚੋਂ ਤੁਸੀਂ ਕਲੀਅਰ ਕਰਨਾ ਹੈ। ਇਹ ਜਿਹੜਾ ਸਿਲੇਬਸ ਆ, ਹੁਣ ਆਪਾਂ ਇਹ ਸਿਲੇਬਸ ਦੇ ਉੱਪਰ ਆਪਾਂ ਨੂੰ ਇੱਕ ਮਤਲਬ ਆਪਾਂ ਸਰਸਰੀ ਜੀ ਨਿਗਾਹ ਆਪਣੀ ਵੱਜ ਚੁੱਕੀ ਹੈ। ਇਹਦੇ ਨਾਲ ਸਾਨੂੰ ਪਤਾ ਲੱਗ ਗਿਆ ਹੁਣ ਵੀ ਆਪਾਂ ਕੀ ਪੜ੍ਹਨਾ ਹੈ, ਕਿੰਨਾ ਪੜ੍ਹਨਾ ਹੈ। ਨਾਲ ਨਾਲ ਆਪਾਂ ਕਿਤਾਬਾਂ ਬਾਰੇ ਵੀ ਆਪਾਂ ਜਾਣਕਾਰੀ ਪ੍ਰਾਪਤ ਕੀਤੀ ਹੈ। ਦੇਖੋ ਆਹ ਹੀ ਕਿਤਾਬਾਂ ਜੀ। ਅੱਛਾ, ਇੱਕ ਪੋਰਸ਼ਨ ਰਹਿ ਗਿਆ ਸੀ ਵਿਆਕਰਣ ਸੰਬੰਧੀ। ਵਿਆਕਰਣ ਸੰਬੰਧੀ ਹੈ ਉਹ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਇੱਕ ਤਾਂ ਵਿਆਕਰਣ ਪੰਜਾਬੀ ਭਾਸ਼ਾ ਦਾ ਵਿਆਕਰਣ ਆ ਉਹ ਪੰਜਾਬੀ ਵਿਆਕਰਣ ਮਿਲ ਜਾਏਗਾ ਤੁਹਾਨੂੰ। ਉਹ ਵੀ ਵਿਆਕਰਣਕਾਰ ਦਾ ਨਾਮ ਹੈ ਜੀ ਹਰਕੀਰਤ ਸਿੰਘ ਲਾਲ ਸਿੰਘ। 2 ਰਾਈਟਰਾਂ ਦਾ ਨਾਮ ਲਿਖਿਆ ਹੁੰਦਾ, ਵਾਈਟ ਜਾਂ ਕਵਰ ਆ ਉੱਪਰ, ਹਰਕੀਰਤ ਸਿੰਘ ਲਾਲ ਸਿੰਘ। ਇਹ ਵਿਆਕਰਣ ਹੈ ਜੀ ਬਹੁਤ ਹੀ ਸ਼ਾਨਦਾਰ। ਅਗਰ ਤੁਸੀਂ ਵਿਆਕਰਣ ਨੂੰ ਡੀਪ ਆਪਣਾ ਵਧੀਆ ਕਰਨਾ ਚਾਹੁੰਦੇ ਹੋ ਤਾਂ ਇਹ ਵਿਆਕਰਣ ਬਹੁਤ ਸ਼ਾਨਦਾਰ ਹੈ। ਜੋ ਸਾਡੇ ਵਿਆਕਰਣ ਸੰਬੰਧੀ ਕਨਸੈਪਟ ਨੇ ਉਹਨਾਂ ਨੂੰ ਕਲੀਅਰ ਕਰਨ ਵਾਸਤੇ ਇਹ ਵਿਆਕਰਣ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਦੇਖੋ ਵਿਆਕਰਣ ਵਾਲੇ ਕਨਸੈਪਟ ਦੇਖ ਲਓ ਆਪਣੇ ਕਿਹੜੇ ਆ ਜੀ। ਆਹ ਦੇਖ ਲਓ, ਆ ਜਿਹੜੇ ਵੀ ਵਿਆਕਰਣ ਸੰਬੰਧੀ ਆ ਸਾਰਾ ਕੰਟੈਸਟ, ਤੇ ਇਹ ਹੈ ਸਾਡੀ ਜਿਹੜੀ ਪੁਸਤਕ ਨਾਮ ਲਿਖਿਆ ਪੰਜਾਬੀ ਵਿਆਕਰਣ ਹਰਕੀਰਤ ਸਿੰਘ ਲਾਲ ਸਿੰਘ। ਹਰਕੀਰਤ ਸਿੰਘ ਦੀਆਂ ਬਹੁਤ ਸਾਰੀਆਂ ਭਾਸ਼ਾ ਸੰਬੰਧੀ ਪੁਸਤਕਾਂ ਵੀ ਤੁਹਾਨੂੰ ਮਿਲ ਜਾਣਗੀਆਂ, ਪਰ ਵਿਆਕਰਣ ਸੰਬੰਧੀ ਪੁਸਤਕ ਹੈ ਉਹ ਹੈਗੀ ਹਰਕੀਰਤ ਸਿੰਘ ਲਾਲ ਸਿੰਘ ਦੋਨਾਂ ਦੀ ਹੈ, ਤੇ ਉਹਦਾ ਨਾਮ ਹੈ ਪੰਜਾਬੀ ਵਿਆਕਰਣ। ਜਾਂ ਹੁਣ ਹੋ ਸਕਦਾ ਨਾਮ ਕੁਝ ਹੋਰ ਹੋਵੇ, ਪਰ ਰਾਈਟਰਾਂ ਦੇ ਨਾਮ 2 ਹੈ ਜੀ, ਹਰਕੀਰਤ ਸਿੰਘ ਲਾਲ ਸਿੰਘ। ਬਾਕੀ ਤੁਹਾਨੂੰ ਪਤਾ ਹੀ ਹੈ, ਇਹ ਵੀ ਪੋਰਸ਼ਨ ਤੁਸੀਂ ਪੜ੍ਹਨਾ ਜੋ ਆਪਣੇ ਸਕੂਲਾਂ ਦੇ ਵਿੱਚ ਕੋਈ ਵਿਆਕਰਣ ਲੱਗ ਰਿਹਾ ਮੰਨ ਲਓ, ਤਾਂ ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਉਹਦੇ ਤੋਂ ਵੀ ਤੁਸੀਂ ਆਪਣਾ ਮਤਲਬ ਮੈਟਰ ਆ ਉਹ ਇਕੱਠਾ ਕਰ ਸਕਦੇ ਹੋ। ਬਾਕੀ ਆਹ ਪੁਸਤਕਾਂ ਦਾ ਤੁਸੀਂ ਖਾਸ ਧਿਆਨ ਰੱਖਣਾ। ਉਸ ਤੋਂ ਬਾਅਦ ਇੱਕ ਹੋਰ ਹੈ ਜਿਹੜੀ ਪੁਸਤਕ, ਉਹਦਾ ਤੁਹਾਨੂੰ ਪਤਾ ਹੀ ਹੈ ਨਾਮ। ਉਸ ਪੁਸਤਕ ਦਾ ਨਾਮ ਤੁਸੀਂ ਜਾਣਦੇ ਹੀ ਹੋ, ਜਿਹੜੀ BSTC ਦੀ ਲੱਗਦੀ ਹੈ ਬੁੱਕ ਪੰਜਾਬੀ ਦੀ, BSTC ਪੰਜਾਬੀ। ਹਾਂਜੀ, BSTC ਪੰਜਾਬੀ ਦੀ ਇੱਕਮਾਤਰ ਬੁੱਕ ਲੱਗਦੀ ਹੈ। ਤੁਹਾਨੂੰ ਪਤਾ ਹੀ ਹੈ, ਵਾਰੀ ਇਹ ਤੁਹਾਨੂੰ ਦੱਸਣੀ ਪੈਂਦੀ ਹੈ, ਕਿਉਂਕਿ ਇਹ ਪੁਸਤਕ ਹੈ ਇਹਦੇ ਵਿੱਚੋਂ ਤੁਹਾਨੂੰ ਥੋੜਾ ਪੋਰਸ਼ਨ ਹਰ ਕਿਸੇ ਦਾ ਮਿਲ ਜਾਵੇਗਾ। ਵਿਆਕਰਣ ਦਾ ਪੋਰਸ਼ਨ ਵੀ ਮਿਲ ਜਾਵੇਗਾ, ਪੰਜਾਬੀ ਸਾਹਿਤ ਦੇ ਇਤਿਹਾਸ ਬਾਰੇ ਵੀ, ਲੋਕ ਧਾਰਾ ਤੇ ਸੱਭਿਆਚਾਰ ਬਾਰੇ ਵੀ ਇਸ ਪੁਸਤਕ ਦੇ ਵਿੱਚ ਪਾਠ ਬਕਾਇਦਾ ਦੇ ਰੱਖਿਆ, ਤੇ ਅਧਿਐਨ ਤੇ ਅਧਿਆਪਨ ਪੈਡਾਗੋਜੀ ਸੰਬੰਧੀ ਵੀ ਇਸੇ ਪੁਸਤਕ ਦੇ ਵਿੱਚੋਂ ਪੰਜਾਬੀ ਸਾਹਿਤ ਦਾ ਇਤਿਹਾਸ ਵੀ ਥੋੜਾ ਜਿਹਾ ਦੇ ਰੱਖਿਆ। ਇਹ ਪੁਸਤਕ ਹੈ ਬੜੀ ਕਾਰਗਰ ਹੈ, BSTC ਪੰਜਾਬੀ। ਇਸ ਪੁਸਤਕ ਨੂੰ ਤੁਸੀਂ ਜ਼ਰੂਰ ਆਪਣੇ ਨਾਲ ਆਪਣੀਆਂ ਪੁਸਤਕਾਂ ਦੀ ਸੂਚੀ ਦੇ ਵਿੱਚ ਐਡ ਕਰਨਾ ਹੈ। ਆ ਜਿਹੜੀਆਂ ਪੁਸਤਕਾਂ ਦੀ ਸੂਚੀ ਦੇ ਵਿੱਚ ਇੱਕ ਮਾਤਰ ਪੁਸਤਕ ਹੈ BSTC ਪੰਜਾਬੀ, ਇਸ ਨੂੰ ਵੀ ਨਾਲ ਐਡ ਕਰਨਾ ਹੈ, ਇਹ ਵੀ ਨਾਲ ਪੜ੍ਹਨੀ ਹੈ। ਇਹਦੇ ਵਿੱਚੋਂ ਹੀ ਮੈਟਰ ਤੁਸੀਂ ਐਡ ਕਰਦੇ ਜਾਣਾ ਹੈ। ਇਹ ਸੀ ਜੀ ਸਾਡਾ ਸਿਲੇਬਸ, ਤੇ ਇਹ ਜਿੰਨਾ ਵੀ ਪੋਰਸ਼ਨ ਹੈ ਜੀ ਇਹ ਤੁਹਾਨੂੰ ਦੱਸਿਆ ਹੋਇਆ। ਜਿਵੇਂ ਕਿ ਇੱਕ ਵਾਰੀ ਫੇਰ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਕੰਮ ਦੀ ਗੱਲ ਹੈ ਤੁਹਾਡੇ ਦੀ, ਫੇਰ ਸੁਣ ਲਓ ਵਿਦਿਆਰਥੀ। ਤੁਸੀਂ ਫੇਰ ਵਾਰੀ ਮੈਸੇਜ ਜ਼ਰੂਰ ਕਰ ਦਿਓ, ਠੀਕ ਹੈ, ਚੰਗੀ ਗੱਲ ਹੈ, ਮੈਸੇਜ ਕਰਨਾ ਚਾਹੀਦਾ, ਕਰ ਲਿਆ ਕਰੋ ਚਾਹੇ, ਪਰ ਤੁਹਾਨੂੰ ਫਿਰ ਵੀ ਪਤਾ ਨਹੀਂ ਹੁੰਦਾ ਇਸ ਗੱਲ ਦਾ ਕਿ ਮਤਲਬ ਸਾਨੂੰ ਕੋਰਸ ਹੈ ਇਹ ਸਾਨੂੰ ਕਦੋਂ ਅਵੇਲੇਬਲ ਹੋਊਗਾ, ਕੀ ਅਵੇਲੇਬਲ ਹੋਊਗਾ। ਹਜੇ ਇਸ ਚੀਜ਼ ਦਾ ਮਤਲਬ ਕੀ ਹੈ, ਕਿਉਂਕਿ ਹੁਣ ਐਪ ਆਉਣ ਦੇ ਵਿੱਚ 3-4 ਦਿਨ ਰਹਿ ਗਏ, ਪਰ ਇਹ ਤੁਹਾਨੂੰ ਫਸਟ ਗ੍ਰੇਡ ਸੈਕੰਡ ਗ੍ਰੇਡ ਵਾਲਾ ਪੋਰਸ਼ਨ ਹੈ, ਇਹ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪੈ ਸਕਦਾ, 20-25 ਦਿਨ। ਉਸ ਤੋਂ ਬਾਅਦ ਤੁਹਾਨੂੰ ਅਵੇਲੇਬਲ ਹੋਣਾ ਸ਼ੁਰੂ ਹੋ ਜਾਵੇਗਾ। ਇਹ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਕਿਉਂਕਿ ਮੈਂ ਚਾਹੁੰਦਾ ਕਿ ਤੁਹਾਨੂੰ ਇਹਦੇ ਵਿੱਚੋਂ ਕੁਝ ਚੱਜ ਦਾ ਕਰਵਾ ਸਕਾਂ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ BA ਦੇ ਵਿੱਚ ਲੈ ਦੇ ਕੇ ਕੀ ਹੁੰਦਾ, ਗਾਈਡਾਂ ਦੇ ਵਿੱਚੋਂ ਤੁਸੀਂ ਕੀ ਲੱਭ ਲਿਆ, ਗਾਈਡਾਂ ਦੇ ਵਿੱਚੋਂ ਆਪਾਂ ਨੂੰ ਕੀ ਲੱਭਦਾ, ਕੁਝ ਵੀ ਨਹੀਂ ਹੁੰਦਾ, ਇੰਨਾ ਪੋਰਸ਼ਨ ਨਹੀਂ ਹੁੰਦਾ ਆਪਣੇ ਵਾਸਤੇ। ਤਾਂ ਮੈਂ ਚਾਹੁੰਦਾ ਵੀ ਕਮ ਸੇ ਕਮ ਤੁਹਾਨੂੰ ਚੰਗਾ ਮੈਟਰ ਤਾਂ ਪ੍ਰੋਵਾਈਡ ਕਰਵਾ ਸਕਾਂ, ਚਾਹੇ 10-15 ਦਿਨ ਰੁਕ ਕੇ ਕਰਵਾ ਦੇਵਾਂ। ਇਸ ਕਰਕੇ ਥੋੜਾ ਜਿਹਾ ਇਸ ਗੱਲ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ। ਮੈਂ ਵਾਰੀ ਕਹਿ ਰਿਹਾ ਹੁੰਦਾ ਕਿ YouTube ਤੇ ਜ਼ਰੂਰ ਜੁੜਿਓ ਸਾਡੇ ਨਾਲ,
ਤੁਸੀਂ ਜ਼ਰੂਰ ਇਸ ਗੱਲ ਦਾ, ਕਿਉਂਕਿ ਹੁਣ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਪਰਸਨਲੀ ਦੇਣੀ ਥੋੜ੍ਹੀ ਜਿਹੀ ਔਖੀ ਹੈ। YouTube ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਸਾਡੇ ਚੈਨਲ ਬਾਰੇ, ਸਾਡੀ ਐਪ ਬਾਰੇ। ਪਰ YouTube ਤੇ ਅਗਰ ਤੁਸੀਂ ਜੁੜੇ ਨਹੀਂ ਹੋਏ, ਮੈਨੂੰ ਮੈਸੇਜ ਕਰ ਰਹੇ ਹੋ ਜਾਂ ਸੰਤ ਵੀਰ ਜੀ ਨੂੰ ਜਾਂ ਸਟਾਫ ਦੇ ਵਿੱਚੋਂ ਜਾਂ ਸਾਡੀ ਟੀਮ ਦੇ ਵਿੱਚੋਂ ਕਿਸੇ ਨੂੰ ਵੀ, ਤਾਂ ਉਹ ਮਤਲਬ ਅਸੀਂ ਤੁਹਾਨੂੰ ਸੈਟੀਸਫਾਈ ਨਹੀਂ ਕਰ ਸਕਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਪ੍ਰੋਪਰ ਨਹੀਂ ਦੇ ਸਕਾਂਗੇ। ਇਸ ਕਰਕੇ ਤੁਸੀਂ YouTube ਤੇ ਜ਼ਰੂਰ ਜੁੜੋ। ਵਿਦਿਆਰਥੀਆਂ ਨੂੰ ਵਾਰੀ-ਵਾਰੀ, ਹਜੇ ਵੀ ਮੈਂ ਵਿਦਿਆਰਥੀ ਬਹੁਤ ਇਹੋ ਜਿਹੇ ਮੈਸੇਜ ਕਰਦੇ ਆ ਜਿਨ੍ਹਾਂ ਨੂੰ ਚੈਨਲ ਬਾਰੇ ਨਹੀਂ ਹੀ ਪਤਾ, ਤਾਂ ਉਹਨਾਂ ਨੇ ਸਬਸਕ੍ਰਾਈਬ ਕਰਨਾ ਤਾਂ ਦੂਰ ਦੀ ਗੱਲ ਹੈ, ਉਹਨਾਂ ਬਸ ਉਹ ਪਤਾ ਨਹੀਂ ਕਿੱਥੋਂ ਨੰਬਰ ਲਿਆ, ਕਿਵੇਂ ਕੀਤਾ, ਕੀ ਕੀਤਾ। ਇਹ ਗੱਲ ਦਾ ਥੋੜ੍ਹਾ ਜਿਹਾ ਤੁਸੀਂ ਆਪ ਮਤਲਬ ਚੈਨਲ ਵਿਜ਼ਿਟ ਕਰਿਆ ਕਰੋ, ਜ਼ਰੂਰੀ ਹੈ। ਇਹ ਤੁਹਾਡੀ ਰਿਕੁਐਸਟ ਹੈ, ਤੁਹਾਡੇ ਸਾਹਮਣੇ ਰਿਕੁਐਸਟ ਹੈ ਮਤਲਬ, ਕਿਉਂਕਿ ਇਹ ਪਤਾ ਕਾਰਨ ਕੀ ਹੈ, ਕਿਉਂਕਿ ਇਹ ਇੱਕ ਮਤਲਬ ਫੈਮਿਲੀ ਦੀ ਤਰ੍ਹਾਂ ਹੈ ਸਿਸਟਮ ਸਾਰਾ। ਤਾਂ ਉਹਦੇ ਵਿੱਚ ਮੰਨ ਲਓ ਤੁਸੀਂ ਇਸ ਚੀਜ਼ ਨੂੰ ਨਾ, ਤੁਸੀਂ ਤੁਹਾਡੀ ਰਿਸਪੌਂਸੀਬਿਲਿਟੀ ਹੈ ਆਪਦੀ, ਕਿਉਂਕਿ ਤੁਸੀਂ ਕੰਪੀਟੀਟਰ ਹੋ। ਐਜ ਏ ਕੰਪੀਟੀਟਰ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਵਾਸਤੇ ਜੋ ਵੀ ਇਨਫੋਰਮੇਸ਼ਨ ਆ ਰਹੀ ਹੈ ਉਹ ਤੁਸੀਂ ਆਪ, ਤੁਹਾਡੇ ਵਾਸਤੇ ਜਿਹੜੀ ਇਨਫੋਰਮੇਸ਼ਨ ਅਸੀਂ ਪਾਈ ਹੈ ਉਹ ਤੁਸੀਂ ਆਪ ਜਾ ਕੇ ਵਿਜ਼ਿਟ ਕਰਕੇ ਉਸ ਇਨਫੋਰਮੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹੋ। ਤਾਂ ਇਹ ਗੱਲ ਤੁਸੀਂ ਥੋੜ੍ਹੀ ਜਿਹੀ ਧਿਆਨ ਰੱਖਿਆ ਕਰੋ, ਚੈਨਲ ਸਬਸਕ੍ਰਾਈਬ ਕਰ ਲਵੋ। ਸੋ ਇਹ ਜਿਹੜਾ ਇਹ ਆਪਾਂ ਸਿਲੇਬਸ ਦੇ ਬਾਰੇ ਗੱਲ ਕੀਤੀ ਹੈ, ਥੋੜ੍ਹਾ ਟਾਈਮ ਰੁਕਣਾ ਪੈ ਸਕਦਾ ਹੈ। ਅਤੇ ਹਜੇ ਵੀ ਕਮੈਂਟ ਦੇ ਵਿੱਚ ਫਿਰ ਇਹੀ ਵੀ ਇਸ ਤਰ੍ਹਾਂ ਦਾ ਮੈਸੇਜ ਵੀ ਹੋਵੇਗਾ ਜ਼ਰੂਰ ਕਿ ਸਰ ਜੀ ਫੀਸ ਕਿੰਨੀ, ਫੀਸ ਦਾ ਹਜੇ ਨੀਗਾ ਨਿਰਧਾਰਨ ਨੀਗਾ। ਪਰ ਤੁਹਾਨੂੰ ਮੈਂ ਫਿਰ ਵਾਰੀ ਕਹੀ ਜਾਂਦਾ ਕਿ ਫੀਸ ਸੈਂਟਰਾਂ ਨਾਲੋਂ ਘੱਟ ਲਵਾਂਗੇ। ਹਜੇ ਵੀ ਮੈਂ ਕਹੀ ਜਾਂਦਾ ਤੁਹਾਨੂੰ ਵਾਰੀ ਫੀਸ ਕਿੰਨੀ ਹੈ ਇਸ ਗੱਲ ਦਾ ਨਹੀਂ ਜਵਾਬ ਹੈ ਮੇਰੇ ਕੋਲ, ਹਜੇ ਇਸ ਗੱਲ ਦਾ ਮੇਰੇ ਕੋਲ ਜਵਾਬ ਨਹੀਂ। ਪਰ ਮੇਰੇ ਕੋਲ ਇਸ ਗੱਲ ਦਾ ਜਵਾਬ ਹੈਗਾ ਕਿ ਫੀਸ ਮਤਲਬ ਹੋਊਗੀ ਜਿਹੜੀ ਉਹ ਰੀਜਨੇਬਲ ਹੋਊਗੀ ਬਿਲਕੁਲ। ਤੁਹਾਡੇ ਤੇ ਇਕੋਨੋਮਿਕ ਮਤਲਬ ਜਿਹੜਾ ਪ੍ਰੈਸ਼ਰ ਆ ਉਹ ਨਹੀਂ ਅਸੀਂ ਪਾਵਾਂਗੇ ਇਸ ਚੀਜ਼ ਦਾ, ਅਤੇ ਤੁਹਾਨੂੰ ਮੈਟਰ ਵੀ ਸ਼ਾਨਦਾਰ ਹੀ ਅਵੇਲੇਬਲ ਕਰਵਾਵਾਂਗੇ। ਸੋ ਇਹ ਸੀ ਸਾਡਾ ਸਿਲੇਬਸ। ਮਿਲਦੇ ਹਾਂ ਆਪਾਂ ਜਲਦੀ। ਸਤਿ ਸ੍ਰੀ ਅਕਾਲ।